वेलकम टू ऑल ऑफ यू। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਟਾਸਕ 2 ਦੀ। ਤਾਂ ਆਪਣੇ ਕੋਲ ਜਿਹੜੀ ਅੱਜ ਟਾਈਪ ਹੈਗੀ ਉਹ ਬੋਥ ਵਿਊਜ਼ ਹੈਗੀ ਹੈ, ਠੀਕ ਆ, ਐਂਡ ਗਿਵ ਯੂਰ ਓਪੀਨੀਅਨ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਅੱਜ ਜਿਹੜੇ ਆਪਾਂ ਵੀਡੀਓ ਦੇ ਵਿੱਚ ਇੱਕ ਸੈਂਪਲ ਆਨਸਰ ਦੀ ਹੈਲਪ ਦੇ ਨਾਲ ਜਿਹੜਾ ਸਮਝਾਂਗੇ ਕਿ ਰਾਈਟਿੰਗ ਟਾਸਕ 2 ਦੀ ਜਿਹੜੀ ਆਪਣੇ ਕੋਲ ਕੀ ਜਿਹੜੀਆਂ ਨੀਡਸ ਹੁੰਦੀਆਂ ਜਦੋਂ ਕਿ ਆਪਾਂ ਚਾਹੁੰਦੇ ਹੋਈਏ 7+ ਲੈ ਕੇ ਜਾਣਾ। ਬਹੁਤ ਸਾਰੇ ਸਟੂਡੈਂਟਸ ਦੀ ਜਿਹੜੀ ਰਾਈਟਿੰਗ ਵਿੱਚ ਰਿਕੁਆਇਰਮੈਂਟ ਵੀ ਕੰਪਲੀਟ ਨਹੀਂ ਹੁੰਦੀ ਕਿ ਬਟ ਇਹ ਨਾ ਬਹੁਤ ਜ਼ਿਆਦਾ ਈਜ਼ੀ ਹੈ। ਤੁਸੀਂ ਆਪਣੇ ਟਾਸਕ ਨੂੰ ਸਿੰਪਲੀ ਬਹੁਤ ਈਜ਼ੀਲੀ ਤੁਸੀਂ ਜਿਹੜਾ ਆਪਣਾ 7+ ਲਿਆ ਸਕਦੀਆਂ। ਮੈਂ ਤੁਹਾਨੂੰ ਜਿਹੜੀਆਂ ਨੀਡਸ ਦੱਸੂਗੀ ਕੀ ਤੁਸੀਂ ਐਡ ਕਰਨਾ ਜਿਹਨਾਂ 7+ ਲੈ ਕੇ ਜਾਊਗਾ ਆਪਣਾ ਟਾਸਕ, ਠੀਕ ਆ। ਅਤੇ ਇੱਕ ਤੁਸੀਂ ਜਿਹੜਾ ਕੀ ਹੈ ਤੁਹਾਨੂੰ ਸੈਂਪਲ ਆਨਸਰ ਦੱਸੂਗੀ ਕਿ ਉਹ ਕਿੱਦਾਂ ਦਾ ਹੁੰਦਾ, ਠੀਕ ਹੈ। ਜਿਹੜਾ 7+ ਤੁਸੀਂ ਟਾਸਕ ਲਿਖਣਾ ਉਹ ਕਿਸ ਤਰੀਕੇ ਨਾਲ ਲਿਖਣਾ। ਤਾਂ ਮੇਨ ਜਿਹੜੀ ਆਪਣੇ ਕੋਲ ਪਹਿਲੀ ਚੀਜ਼ ਕੀ ਹੈ, ਪਹਿਲੀ ਨੀਡ ਕੀ ਹੈ ਟਾਸਕ 2 ਦੀ, ਉਹ ਹੈਗਾ ਇੱਕ ਸਟਰਕਚਰ, ਠੀਕ ਆ। ਤੁਸੀਂ ਇੱਕ ਪ੍ਰੋਪਰ ਸਟਰਕਚਰ ਦੇ ਨਾਲ ਲਿਖੋ। ਇਹ ਨਹੀਂ ਹੈਗਾ ਤੁਸੀਂ ਹੈ ਨਾ ਮਤਲਬ ਕਿ ਕੋਈ BP ਨਹੀਂ ਬਣਾ ਰਹੇ ਹੈਗੇ ਹੈ ਨਾ, ਜਿੱਦਾਂ ਪੈਰਾਗ੍ਰਾਫ ਬਣਾ ਕੇ ਲਿਖਦੇ ਹੁੰਦੇ ਨਾ ਆਪਾਂ ਉਸ ਤਰੀਕੇ ਨਾਲ ਵੀ ਜਿੱਦਾਂ ਆਪਾਂ ਪਹਿਲਾਂ ਇੰਟਰੋ ਲਿਖਤੀ, ਫਿਰ BP1 ਲਿਖਤਾ, BP2 ਲਿਖ ਦਿੱਤਾ ਹੈ ਨਾ, ਫਿਰ ਐਟ ਦਾ ਐਂਡ ਕਨਕਲੂਜਨ ਲਿਖਤਾ। ਤਾਂ ਕਈ ਸਟੂਡੈਂਟ ਇਹ ਕਰਦੇ ਕਿ ਸਿੰਪਲੀ ਜਿਹੜਾ ਮਤਲਬ ਲਿਖ ਕੇ ਹੈ ਨਾ ਰੀਫਰੇਸ ਲਿਖ ਦਿੰਦੇ ਆ, ਥੀਸਿਸ ਲਾਈਨ ਇੰਟਰੋ ਬਣਾ ਦਿੱਤੀ, ਨਾਲੋਂ ਨਾਲ BP1 ਸ਼ੁਰੂ ਕਰ ਦਿੱਤਾ, ਇੱਕ ਹੀ ਬਣਾ ਕੇ BP ਸਾਰਾ ਐਟ ਦਾ ਐਂਡ ਹਨ ਅਤੇ ਕਨਕਲੂਜਨ ਐਂਡ 'ਤੇ ਰਿਜ਼ਲਟ ਕੱਢ ਦਿੰਦੇ ਆ। ਤਾਂ ਉਹ ਗੱਲ ਨਹੀਂ ਹੈਗੀ ਕਿ ਤੁਸੀਂ ਇੱਕ ਪ੍ਰੋਪਰ ਸਟਰਕਚਰ ਦੇਣਾ ਆਪਣੇ ਐਸੇ ਨੂੰ। ਅਤੇ BP ਦੇ ਵਿੱਚ ਵੀ ਅੱਗੇ ਜਿਹੜੇ ਆਪਣੇ ਕੋਲ ਕੀ ਆ ਮਤਲਬ ਹਰ ਇੱਕ ਪਾਰਟ ਜਿਹੜਾ ਵੰਡਿਆ ਗਿਆ, ਠੀਕ ਹੈ। ਇੱਕ BP ਦੇ ਵਿੱਚ ਤੁਸੀਂ ਕੀ ਐਡ ਕਰਨਾ ਉਹ ਚੀਜ਼ਾਂ ਸਮਝੋ, BP2 'ਚ ਤੁਸੀਂ ਕੀ ਐਡ ਕਰਨਾ, ਇੰਟਰੋ ਦੇ ਵਿੱਚ ਤੁਸੀਂ ਕਿਹੜੀਆਂ 2 ਚੀਜ਼ਾਂ ਐਡ ਕਰਨੀਆਂ, ਕਨਕਲੂਜਨ ਦੇ ਵਿੱਚ ਤੁਸੀਂ ਕੀ ਐਡ ਕਰਨਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਆਪਾਂ ਗੱਲ ਕਰਾਂਗੇ। ਪਹਿਲੀ ਨੀਡ ਕੀ ਹੈ ਸਟਰਕਚਰ, ਠੀਕ ਹੈ। ਸਟਰਕਚਰ ਤੁਹਾਨੂੰ ਦੱਸਦੀ ਹਾਂ ਕਿੱਦਾਂ। ਤਾਂ ਆਪਣੇ ਕੋਲ ਜਿਹੜਾ ਪਹਿਲਾ ਸਟਰਕਚਰ ਹੈਗਾ ਗਾ ਉਹ ਕੀ ਆ, ਇੰਟਰੋ, ਠੀਕ ਹੈ। ਜਦੋਂ ਆਪਾਂ ਲਿਖਦੇ ਹਾਂ ਇੰਟਰੋ ਦੇ ਵਿੱਚ 2 ਚੀਜ਼ਾਂ ਆਪਾਂ ਐਡ ਕਰਦੇ ਹਾਂ, ਰੀਫਰੇਸ ਪਲੱਸ ਥੀਸਿਸ ਲਾਈਨ, ਠੀਕ ਆ। ਤਾਂ ਜਿਹੜੇ ਬੱਚਿਆਂ ਨੂੰ ਰੀਫਰੇਸ ਦੇ ਵਿੱਚ ਪ੍ਰੋਬਲਮ ਆ ਜਾਂ ਰੀਫਰੇਸ ਨਹੀਂ ਕਰਨੀ ਆ ਰਹੀ ਜਾਂ ਨਿਊ ਸਟੂਡੈਂਟ ਜਿਹੜੇ ਹੈ ਨਾ ਮਤਲਬ ਕਿ ਹੁਣੇ ਜੁਆਇਨ ਕੀਤੇ ਹੈਗੇ ਕੋਚਿੰਗ ਸੈਂਟਰ, ਤਾਂ ਉਹਨਾਂ ਨੂੰ ਰੀਫਰੇਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਠੀਕ ਆ। ਤਾਂ ਉਸ ਦੇ ਨਾਲ ਤੁਸੀਂ ਇੱਕ ਵੀਡੀਓ ਜਿਹੜੀ ਇੱਥੇ ਚੈਨਲ 'ਤੇ ਚੈੱਕ ਕਰ ਸਕਦੇ ਆ। ਤਾਂ ਉਹਦੇ ਮੈਂ ਜਿਹੜੀ ਇੰਟਰੋ ਦਾ ਪਾਇਆ ਹੈਗਾ, ਤੁਸੀਂ ਰੀਫਰੇਸ ਕਿੱਦਾਂ ਜਿਹੜੀ 2 ਤਰ੍ਹਾਂ ਦੀ ਜਿਹੜੀ ਤੁਹਾਨੂੰ ਦੱਸੀ ਹੈਗੀ ਇੰਟਰੋ, ਕਿੱਦਾਂ ਤੁਸੀਂ ਰੀਫਰੇਸ 6 ਬੈਂਡ ਵਾਲੀ ਕਰ ਸਕਦੇ ਆ ਅਤੇ ਕਿੱਦਾਂ ਤੁਸੀਂ 7 ਵਾਲੀ ਕਰ ਸਕਦੇ, ਠੀਕ ਆ। ਤਾਂ ਉਸ ਤਰੀਕੇ ਨਾਲ ਤੁਹਾਨੂੰ ਦੋਨੋਂ ਰੀਫਰੇਸ ਕਰਨੀਆਂ ਸਿਖਾਈਆਂ ਹੋਈਆਂ, ਤੁਸੀਂ ਉਹ ਸਿੱਖ ਸਕਦੇ ਆ। ਅਤੇ ਜਿਹੜੀ ਗੱਲ ਰਹੀ ਥੀਸਿਸ ਲਾਈਨ ਦੀ, ਤਾਂ ਥੀਸਿਸ ਲਾਈਨ ਵੀ ਮੈਂ ਇੱਕ ਵੀਡੀਓ ਬਣਾਈ ਹੈਗੀ, ਉਹਦੇ 'ਤੇ ਹਰ ਇੱਕ ਜਿਹੜੇ ਤੁਸੀਂ ਮਤਲਬ ਕਿ ਐਸੇ ਦੇ ਵਿੱਚ ਕਿੱਦਾਂ ਦੀ ਜਿਹੜੀ ਥੀਸਿਸ ਲਾਈਨ ਲਗਾਉਣੀ ਆ ਉਹ ਤੁਹਾਨੂੰ ਦੱਸਿਆ ਗਿਆ ਵਾ, ਠੀਕ ਆ। ਤਾਂ ਤੁਸੀਂ ਉਹ ਵੀ ਚੈੱਕ ਕਰ ਸਕਦੇ, ਕਾਪੀ ਕਰੋ, ਠੀਕ ਆ। ਤੁਸੀਂ ਥੀਸਿਸ ਲਾਈਨ ਕੋਈ ਇਸ਼ੂ ਨਹੀਂ ਗਾ, ਇਕੱਲੀ ਤੁਸੀਂ ਥੀਸਿਸ ਲਾਈਨ ਹੀ ਐਸੇ ਦੇ ਵਿੱਚ ਕਾਪੀ ਕਰ ਸਕਦੇ ਹੁੰਦੇ ਆ, ਹੋਰ ਕੁਛ ਨਹੀਂ ਕਰ ਸਕਦੇ, ਠੀਕ ਆ। ਸੈਂਪਲ ਆਨਸਰ ਦਿਖਾਉਣ ਦਾ ਜਿਹੜਾ ਮੇਰਾ ਏਮ ਆ ਉਹ ਇਹ ਹੈਗਾ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜੀ ਚੀਜ਼ ਕਿੱਥੇ ਐਡ ਕਰਨੀ ਹੈ। ਜਿੱਦਾਂ ਹੁਣ ਪੈਸਿਵ ਵੋਇਸ ਆ ਉਹ ਤੁਸੀਂ ਕਿੱਥੇ ਐਡ ਕਰਨਾ, ਕੰਪਲੈਕਸ ਕਿੱਥੇ ਕਰਨਾ ਹੈਗਾ, ਠੀਕ ਆ। ਵੋਕੈਬ ਕਿੱਦਾਂ ਤੁਸੀਂ ਕਵਰ ਕਰਨੀ ਆ ਉਹ ਤੁਹਾਨੂੰ ਮੈਂ ਜਸਟ ਟਿਪਸ ਐਂਡ ਟ੍ਰਿਕਸ ਦੱਸ ਸਕਦੀ ਹਾਂ, ਠੀਕ ਆ। ਕਿਉਂਕਿ ਕਾਪੀ ਨਹੀਂ ਤੁਸੀਂ ਕਰ ਸਕਦੇ ਐਸੀ। ਹੁਣ ਮੈਂ ਤੁਹਾਨੂੰ ਬਹੁਤ ਵਧੀਆ ਲਿਖ ਕੇ ਦੇ ਦੇਵਾਂ ਹੈ ਨਾ, 8 ਬੈਂਡ ਵਾਲਾ 9 ਬੈਂਡ ਵਾਲਾ ਲਿਖ ਕੇ ਦੇ ਦਾਂ, ਬਟ ਸਮਝਾਵਾਂ ਨਾ ਕਿ ਤੁਹਾਨੂੰ ਦੱਸ ਦੇਵਾਂ ਵੀ ਹੈ ਨਾ ਇਹ ਸੈਂਪਲ ਆਨਸਰ ਹੈਗਾ ਤੁਸੀਂ ਦੇਖ ਲਓ, ਬਟ ਉਹ ਮਤਲਬ ਕਿ ਜ਼ਰੂਰੀ ਤਾਂ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਦੇਤਾ ਉਹੀ ਤੁਹਾਨੂੰ ਆਉਣਾ ਹੀ ਆਉਣਾ ਹੈ ਨਾ ਐਗਜ਼ਾਮ ਦੇ ਵਿੱਚ। ਤਾਂ ਕੋਈ ਪਤਾ ਨਹੀਂ ਕਿਹੜੀ ਸਟੇਟਮੈਂਟ ਆਵੇ, ਇਸ ਲਈ ਤੁਸੀਂ ਟਿਪਸ ਐਂਡ ਟ੍ਰਿਕਸ ਦੇਖੋ, ਠੀਕ ਆ। ਤਾਂ ਅੱਗੇ ਆਪਾਂ ਗੱਲ ਕਰੀਏ BP1 ਐਂਡ BP2। BP1 ਦੇ ਵਿੱਚ ਆਪਣੇ ਕੋਲ ਨਾ ਇਹ ਚੀਜ਼ਾਂ ਹੁੰਦੀਆਂ ਵਾ, ਤੁਹਾਨੂੰ ਦੱਸਿਆ ਹੈਗਾ, ਤੁਸੀਂ ਦੇਖ ਸਕਦੇ। ਮੈਂ ਜ਼ੂਮ ਕਰ ਦੇਣੀ ਥੋੜ੍ਹਾ ਜਿਹਾ, ਦੇਖੋ। ਪਹਿਲਾਂ ਜਿਹੜਾ BP1 ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਆਪਣੇ ਕੋਲ ਬੇਸਿਕ ਲਾਈਨ ਹੁੰਦੀ ਹੈ, BL ਮੀਨਸ ਬੇਸਿਕ ਲਾਈਨ, ਠੀਕ ਆ। ਜਿੱਦਾਂ ਆਪਾਂ ਕੁਛ ਵੀ ਸਟਾਰਟ ਕਰਨ ਲਿਖ ਦਿੰਦੇ ਹਾਂ ਹੈ ਨਾ ਵੀ ਇਟ ਇਜ਼ ਟਰੂ ਦੈਟ ਹੈ ਨਾ, ਜਾਂ ਫਿਰ ਤੁਸੀਂ ਲਿਖਦੇ ਦੇਰ ਆਰ ਨਿਊਮਰਸ ਬੈਨੀਫਿਟਸ ਆਫ ਹੈ ਨਾ, ਇਹਦੇ ਜੋ ਵੀ ਟਰੈਂਡ ਹੁੰਦਾ ਵਾ, ਜੋ ਵੀ ਆਪਾਂ ਨੂੰ ਸਟੇਟਮੈਂਟ ਦਿੱਤੀ ਹੁੰਦੀ, ਕੋਈ ਬੇਸਿਕ ਲਾਈਨ ਲਿਖ ਕੇ ਸ਼ੁਰੂ ਕਰਦੇ ਨਾ ਕੋਈ ਟਾਸਕ ਸਟੇਟਮੈਂਟ, ਉਹਨੂੰ ਕਹਿੰਦੇ ਬੇਸਿਕ ਲਾਈਨ, ਠੀਕ ਆ। ਉਹ BP1 ਦੇ ਵਿੱਚ ਤੁਸੀਂ ਪਹਿਲਾਂ ਬੇਸਿਕ ਲਾਈਨ, ਫਿਰ ਤੁਸੀਂ ਇੱਕ ਟਾਸਕ ਸਟੇਟਮੈਂਟ ਦਾ ਮਤਲਬ ਤੁਸੀਂ ਜਿਹੜਾ ਵਿਊ ਪੁਆਇੰਟ ਮੇਨ ਚੀਜ਼ ਹੈ ਜਿਹੜੀ ਤੁਸੀਂ ਲਿਖਣ ਜਾ ਰਹੇ ਹੋ ਉਹ ਤੁਸੀਂ ਕਰਨੀ ਹੈ। ਉਸ ਤੋਂ ਬਾਅਦ ਕੀ ਆਪਣੇ ਕੋਲ ਐਲੈਬੋਰੇਸ਼ਨ ਆ ਗਈ, ਇਹ ਕਿਉਂ ਆ, ਠੀਕ ਆ। ਇੱਕ ਤੁਸੀਂ ਪੁਆਇੰਟ ਦਿੰਦੇ ਹੋ ਉਹਦਾ ਰੀਜ਼ਨ ਵੀ ਦੱਸ ਦੇਣਾ ਵੀ ਮੈਂ ਕਿਉਂ ਦਿੱਤਾ, ਐਗਜ਼ਾਮੀਨਰ ਨੂੰ ਚੰਗੀ ਤਰ੍ਹਾਂ ਸਮਝਾਉਣਾ ਹੁੰਦਾ ਵਾ ਵੀ ਮੈਂ ਇਹ ਚੀਜ਼ ਕਹਿ ਰਿਹਾ, ਮੈਂ ਕਾਹਤੋਂ ਕਹਿ ਰਿਹਾ। ਲਾਈਕ ਹੁਣ ਐਸੇ ਆਪਣੇ ਕੋਲ ਅੱਜ ਵੀ ਕਮਿਊਨੀਕੇਸ਼ਨ ਸਕਿੱਲਸ ਜ਼ਰੂਰੀ ਆ ਹੈ ਨਾ, ਤੁਸੀਂ ਉਹ ਦੱਸਣਾ ਕਿ ਤੁਸੀਂ ਦੱਸ ਦਿੱਤਾ ਜਿਹੜਾ ਪਹਿਲਾ ਪੁਆਇੰਟ ਹੈਗਾ ਗਾ ਵੀ ਕਮਿਊਨੀਕੇਸ਼ਨ ਸਕਿੱਲਸ ਜਿਹੜਾ ਹੈਗਾ ਗਾ ਜੋਬਸ ਲੈਣ ਲਈ ਬਹੁਤ ਜ਼ਰੂਰੀ ਹੈ, ਠੀਕ ਆ। ਵੀ ਇੱਕ ਬੈਟਰ ਜੋਬ ਦਵਾਉਂਦਾ, ਪਰ ਉਹ ਵੀ ਤੁਸੀਂ ਦੱਸਣਾ ਨਾ ਕਿੱਦਾਂ ਬੈਟਰ ਜੋਬ ਦਵਾਉਂਦਾ। ਅਤੇ ਐਲੈਬੋਰੇਸ਼ਨ ਦੇ ਵਿੱਚ ਤੁਸੀਂ ਇਹ ਚੀਜ਼ ਕਰੋਗੇ ਹੈ ਨਾ ਵੀ ਜਿਹੜਾ ਮਤਲਬ ਕਿ ਇਹ ਹੈਲਪ ਕਰਦਾ ਵਾ ਵੀ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹੀ ਇੰਪਲੋਇਜ਼ ਨੂੰ ਹਾਇਰ ਕਰਦੀਆਂ ਹੈਗੀਆਂ ਜਿਨ੍ਹਾਂ ਕੋਲ ਬੈਟਰ ਕਮਿਊਨੀਕੇਸ਼ਨ ਸਕਿੱਲ ਹੈਗੀ ਆ ਹੈ ਨਾ। ਤਾਂ ਉਸ ਤਰੀਕੇ ਨਾਲ ਜਿਹੜੀ ਤੁਸੀਂ ਐਲੈਬੋਰੇਸ਼ਨ ਕਰਦੇ ਹੋ ਉਹ ਤੁਸੀਂ ਇਸ ਪਾਰਟ ਦੇ ਵਿੱਚ ਕਰਨੀ ਹੈ ਐਲੈਬੋਰੇਸ਼ਨ ਦੇ ਵਿੱਚ, ਠੀਕ ਆ। ਉਸ ਤੋਂ ਬਾਅਦ ਤੁਸੀਂ ਕੀ ਦਿੰਦੇ ਹੁੰਦੇ ਐਗਜ਼ਾਮਪਲ ਦਿੰਦੇ ਆ, ਠੀਕ ਹੈ। ਐਗਜ਼ਾਮਪਲ ਦੇ ਵਿੱਚ ਕੀ ਹੈ ਸਰਵੇ ਔਰ ਸਟੱਡੀ ਤੁਸੀਂ ਪਾ ਸਕਦੇ ਆ, ਠੀਕ ਆ। ਕੋਈ ਵੀ ਸਰਵੇ ਕਿਤੋਂ ਕਿਹੜੀ ਤੁਸੀਂ ਮਰਜ਼ੀ ਕੰਟਰੀ ਦਾ, ਕੋਈ ਤੁਸੀਂ ਨਿਊਜ਼ ਚੈਨਲ ਦਾ, ਕੋਈ ਵੀ ਹੈ ਨਾ ਕਿਤੋਂ ਵੀ ਪਾ ਸਕਦੇ, ਕਿਸੇ ਡਿਪਾਰਟਮੈਂਟ ਦਾ, ਐਜੂਕੇਸ਼ਨ ਡਿਪਾਰਟਮੈਂਟ, ਠੀਕ ਆ। ਤਾਂ ਕੋਈ ਵਰਲਡ ਹੈਲਥ ਔਰਗੇਨਾਈਜੇਸ਼ਨ ਜੇ ਹੈਲਥ ਨਾਲ ਰਿਲੇਟਡ ਆ ਕੁਛ ਵੀ, ਠੀਕ ਆ। ਬਟ ਇਹ ਹੋਵੇ ਜੇ ਤੁਹਾਡਾ ਹੈਗਾ ਗਾ ਵੀ ਹੈਲਥ ਦੇ ਨਾਲ ਤਾਂ ਤੁਸੀਂ ਵਰਲਡ ਹੈਲਥ ਔਰਗੇਨਾਈਜੇਸ਼ਨ ਪਾ ਸਕਦੇ। ਇਹ ਨਹੀਂ ਹੈਗਾ ਤੁਹਾਡਾ ਚੱਲ ਬਿਜ਼ਨਸ ਦੇ ਨਾਲ ਰਿਹਾ ਹੈਗਾ ਤਾਂ ਤੁਸੀਂ ਵਰਲਡ ਹੈਲਥ ਔਰਗੇਨਾਈਜੇਸ਼ਨ ਦਾ ਪਾ ਰਹੇ ਹੋ, ਠੀਕ ਆ। ਤਾਂ ਇਸ ਤਰੀਕੇ ਨਾਲ ਤੁਸੀਂ ਥੋੜ੍ਹਾ ਜਿਹਾ ਦੇਖ ਲੈਣਾ ਵਾ। ਤਾਂ ਇਹ ਹੋ ਗਈ ਆਪਣਾ ਐਗਜ਼ਾਮਪਲ।
ਤਾਂ ਉਦੋਂ ਬਾਅਦ ਐਟ ਦਾ ਐਂਡ ਆਪਾਂ ਬੀਪੀ ਜਦੋਂ ਐਂਡ ਕਰਦੇ ਹਾਂ ਉਦੋਂ ਰਿਜ਼ਲਟ ਦੇਣਾ ਹੁੰਦਾ। ਰਿਜ਼ਲਟ ਤੁਸੀਂ ਇੱਕ ਲਾਈਨ 'ਚ ਦੇ ਸਕਦੇ ਵੀ ਇਹ ਚੰਗਾ ਹੈ ਜਾਂ ਇੰਪੋਰਟੈਂਟ ਆ, ਹੈ ਨਾ, ਜਾਂ ਕੁਛ ਵੀ ਆ, ਨੈਸੈਸਰੀ ਆ, ਉਹ ਇੱਕ ਅੱਧੀ ਲਾਈਨ ਦੇ ਵਿੱਚ ਦੱਸ ਤੁਹਾਨੂੰ ਸੈਂਪਲ ਆਂਸਰ ਦੇ ਵਿੱਚ ਸ਼ੋਅ ਕਰੂੰਗੀ, ਠੀਕ ਆ। ਇਹਦੇ ਵਿੱਚ ਇੱਕ ਬੀਪੀ ਦੇ ਵਿੱਚ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਲਿਖਣੀਆਂ ਉਹਦੇ ਲਈ ਇੱਕ ਤੁਹਾਨੂੰ ਕਨੈਕਟਰ ਚਾਹੀਦਾ। ਜਦੋਂ ਤੁਸੀਂ ਬੇਸਿਕ ਲਾਈਨ ਲਿਖੋਗੇ ਉਹਦੇ ਲਈ ਤੁਹਾਨੂੰ ਇੱਕ ਕਨੈਕਟਰ ਚਾਹੀਦਾ, ਠੀਕ ਆ। ਜਦੋਂ ਤੁਸੀਂ ਟਾਸਕ ਸਟੇਟਮੈਂਟ ਲਿਖ ਰਹੇ ਹੋ ਤੁਹਾਨੂੰ ਕਨੈਕਟਰ ਚਾਹੀਦਾ। ਐਲੈਬੋਰੇਸ਼ਨ ਕਰ ਰਹੇ ਇੱਕ ਫਿਰ ਕਨੈਕਟਰ ਚਾਹੀਦਾ, ਐਗਜ਼ਾਮਪਲ ਲਈ ਵੀ ਐਂਡ ਰਿਜ਼ਲਟ ਲਈ ਵੀ, ਹਰ ਇੱਕ ਲਈ ਇੱਕ ਕਨੈਕਟਰ ਤੁਹਾਨੂੰ ਚਾਹੀਦਾ। ਜਿਹੜਾ ਤੁਹਾਡਾ ਕਨੈਕਟਰ ਹੈਗਾ ਉਹ ਤੁਹਾਡੇ ਮਤਲਬ ਕਿ ਜਿਹੜਾ ਐਸੇ ਹੈਗਾ ਉਹਦੀ ਕਨੈਕਟੀਵਿਟੀ ਲੈ ਕੇ ਆਉਂਦਾ ਹੈਗਾ ਅਤੇ ਇੱਕ ਬਹੁਤ ਸੋਹਣਾ ਲੱਗਦਾ ਲਿਖਿਆ, ਠੀਕ ਆ। ਤਾਂ ਜੇ ਇੱਕ ਗੱਲ ਹੋਰ ਧਿਆਨ ਰੱਖਣੀ, ਜਿਹੜੇ BP 1 ਦੇ ਵਿੱਚ ਤੁਸੀਂ ਕਨੈਕਟਰ ਯੂਜ਼ ਕਰ ਲਏ ਉਹ ਤੁਸੀਂ BP 2 ਦੇ ਵਿੱਚ ਨਹੀਂ ਕਰਨੇ, ਠੀਕ ਆ। ਮੇਨ ਗੱਲ ਇਹ ਹੋ ਗਈ, ਸਟਰਕਚਰ ਸੇਮ ਆ, BP 1 'ਚ ਜੋ ਕੁਛ ਹੈਗਾ ਉਹੀ ਮਤਲਬ BP 2 ਦੇ ਵਿੱਚ ਹੈਗਾ, ਠੀਕ ਆ। ਆਪਾਂ ਤਾਂ ਟਾਈਮ ਨਹੀਂ ਹੁਣ ਵੇਸਟ ਕਰਾਂਗੇ। ਤਾਂ ਅੱਗੇ ਆਪਣੇ ਕੋਲ ਕੀ ਹੈਗਾ ਗਾ, ਤਾਂ ਐਟ ਦਾ ਐਂਡ ਆਪਣੇ ਕੋਲ ਕਨਕਲੂਜਨ ਹੈਗਾ ਗਾ। ਤਾਂ ਕਨਕਲੂਜਨ ਦੇ ਵਿੱਚ ਕੀ ਤੁਸੀਂ ਜਿਹੜਾ ਹੁਣ ਜਿੱਦਾਂ ਬੋਥ ਵਿਊਜ਼ ਵਾਲਾ ਤਾਂ ਉਹਦੇ ਵਿੱਚ ਤੁਸੀਂ ਆਪਣਾ ਓਪੀਨੀਅਨ ਦੱਸਣਾ ਗਾ, ਤੁਸੀਂ ਕਿਹੜੀ ਵਾਲੀ ਸਾਈਡ ਦੇ ਵਿੱਚ ਉਹ ਦੱਸ ਦੇਣਾ ਥੋੜ੍ਹਾ ਜਿਹਾ ਰੀਫਰੇਸ ਕਰਕੇ, ਠੀਕ ਆ। ਅਤੇ ਕਨਕਲੂਜਨ ਦੇ ਵਿੱਚ ਆਪਦੇ ਵੱਲੋਂ ਕੁਛ ਵੀ ਨਹੀਂ ਜੋੜੀਦਾ ਹੁੰਦਾ, ਕੁਛ ਇਹ ਨਹੀਂ ਹੈਗਾ ਵੀ ਤੁਸੀਂ ਸਾਰਾ ਹੀ ਐਸੇ ਕਿਸੇ ਹੋਰ ਤਰੀਕੇ ਨਾਲ ਲਿਖਿਆ, ਤੁਸੀਂ ਐਟ ਦਾ ਐਂਡ ਕੋਈ ਇੱਕ ਨਵਾਂ ਪੁਆਇੰਟ ਪਾ ਦਿੱਤਾ ਜਾਂ ਕੋਈ ਨਵਾਂ ਆਈਡੀਆ ਪਾ ਦਿੱਤਾ। ਕਨਕਲੂਜਨ ਦੇ ਵਿੱਚ ਇਹ ਨਹੀਂ ਕਰਨਾ, ਜੋ ਲਿਖਿਆ ਸਿਰਫ ਉਹਦਾ ਹੀ ਮਤਲਬ ਇੱਕ ਹਿਸਾਬ ਦਾ ਨਿਚੋੜ ਕੱਢ ਕੇ ਲਿਖਣਾ, ਠੀਕ ਆ, ਕਨਕਲੂਜਨ ਦੇ ਵਿੱਚ। ਤਾਂ ਹੁਣ ਆਪਣੀਆਂ ਦੋ ਹੋ ਗਈਆਂ, ਇੱਕ ਸਟਰਕਚਰ ਐਂਡ ਕਨੈਕਟਰ, ਠੀਕ ਆ। ਇਹ ਦੋ ਨੀਡਸ ਜਿਹੜੀਆਂ ਆਪਣੀਆਂ ਮੇਨ ਜ਼ਰੂਰੀ ਹੈਗੀਆਂ, ਠੀਕ ਆ। ਅਤੇ ਇਹ ਤਾਂ ਤੁਸੀਂ ਜੇ 6 ਤੱਕ ਵੀ ਆਪਣਾ ਐਸੇ ਲੈ ਕੇ ਜਾਣਾ, ਇਹ ਤੁਹਾਨੂੰ ਦੋਨੇ ਚੀਜ਼ਾਂ ਜ਼ਰੂਰ ਕਰਨੀਆਂ ਹੀ ਪੈਣੀਆਂ, ਠੀਕ ਆ। ਕਨੈਕਟਰਸ ਐਂਡ ਜਿਹੜਾ ਪ੍ਰੋਪਰ ਸਟਰਕਚਰ ਹੈ। ਜੇ ਤੁਸੀਂ ਬਹੁਤ ਸਿੰਪਲ ਲਿਖ ਰਹੇ ਆ ਪਰ ਇੱਕ ਸਟਰਕਚਰ ਦੇ ਰਹੇ ਆ ਐਸੇ ਨੂੰ ਅਤੇ ਕਨੈਕਟਰਸ ਨਾਲ ਕਨੈਕਟੀਵਿਟੀ ਲੈ ਕੇ ਆ ਰਹੇ ਆ, ਹੈ ਨਾ, ਮਤਲਬ ਕਨੈਕਟ ਹੋ ਰਿਹਾ, ਮਤਲਬ ਐਗਜ਼ਾਮੀਨਰ ਨੂੰ ਪਤਾ ਚੱਲ ਰਿਹਾ ਕਿ ਇੱਥੇ ਤੁਸੀਂ ਲੈਬੋਰੇਸ਼ਨ ਕੀਤੀ ਹੈ, ਇੱਥੇ ਤੁਸੀਂ ਆਹ ਕੀਤਾ, ਐਗਜ਼ਾਮਪਲ ਦਿੱਤੀ, ਇੱਦਾਂ, ਹੈ ਨਾ, ਵੀ ਇੱਕ ਦੂਜੇ ਨਾਲ ਨਹੀਂ ਇੱਦਾਂ ਕਨੈਕਟਰਸ ਦੇ ਨਾਲ ਜਿਹੜਾ ਜੋੜਿਆ ਹੈਗਾ, ਤਾਂ ਉਹਦੇ ਨਾਲ ਤੁਹਾਡੇ ਜਿਹੜੇ 6 ਤੱਕ ਆਰਾਮ ਨਾਲ ਪਹੁੰਚ ਜਾਊਗਾ। ਹੁਣ ਆਪਾਂ ਗੱਲ ਕਰੀਏ 7+ ਦੀਆਂ ਕੀ ਨੀਡਸ ਆ। ਸਟਰਕਚਰ ਅਤੇ ਕਨੈਕਟਰ ਹੋ ਗਿਆ ਦੋ ਨੀਡਸ। ਉਦੋਂ ਬਾਅਦ ਆਪਣੇ ਕੋਲ ਕੀ ਆ ਗਿਆ, ਕੰਪਲੈਕਸ ਸੈਂਟੈਂਸ, ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਬਿਨਾਂ ਤੁਹਾਡਾ ਜਿਹੜਾ 7+ ਤੱਕ ਐਸੇ ਨਹੀਂ ਜਾ ਸਕਦਾ। ਕੰਪਲੈਕਸ ਤੁਸੀਂ ਐਡ ਕਰਨੀ, ਇਹ ਨਹੀਂ ਹੈਗਾ ਤੁਸੀਂ 10-12 ਐਡ ਕਰਨੀ ਆ, ਕੋਈ 3 ਕਰ ਦਿਓ, 4 ਕਰ ਦਿਓ, ਹੈ ਨਾ, 5 ਇਨਫ ਆ, ਠੀਕ ਆ। ਤੁਸੀਂ ਇੰਨੇ ਕਰ ਦਿਓ, ਬਹੁਤ ਜ਼ਿਆਦਾ ਹੈਗਾ, 3-4 ਕਰਦੇ ਤੇ ਆਰਾਮ ਨਾਲ ਤੁਹਾਡਾ ਜਿਹੜਾ ਐਸੇ 7 ਤੱਕ ਚਲੇ ਜਾਣਾ। ਅਤੇ 2 ਤੁਸੀਂ ਪੈਸਿਵ ਕਰ ਦਿਓ। ਪੈਸਿਵ ਤੁਸੀਂ ਮੰਨ ਲਓ ਜੇ ਤੁਸੀਂ ਇੱਕ BP ਦੇ 1 ਦੇ ਵਿੱਚ ਕਰਦਾ, ਇੱਕ ਤੁਸੀਂ ਇੰਟਰੋ 'ਚ ਕਰ ਦਿਓ ਪੈਸਿਵ ਵੋਇਸ, ਬਸ ਬਹੁਤ ਆ, ਠੀਕ ਆ। ਜੇ ਤੁਸੀਂ 2 ਪੈਸਿਵ ਦੇ ਵਿੱਚ ਸੈਂਟੈਂਸ ਬਣਾਤੇ ਤੁਹਾਡੇ ਇੱਕ ਬੈਂਡ ਦਾ ਆਰਾਮ ਨਾਲ ਫਰਕ ਪੈ ਜਾਣਾ, ਠੀਕ ਆ, ਪੈਸਿਵ ਵੋਇਸ। ਅਤੇ ਉਦੋਂ ਬਾਅਦ ਆਪਾਂ ਵਕੈਬ ਦੀ ਗੱਲ ਕਰੀਏ। ਜੇ ਹੁਣ ਵਕੈਬ ਆ, ਹੁਣ ਦੇਖ ਲਓ ਆਪਣੇ ਕੋਲ ਹੈਗਾ ਗਾ ਗੌਰਮੈਂਟ ਵਰਡ ਹੈਗਾ ਗਾ, ਠੀਕ ਆ। ਸਪੋਜ਼ ਕਰੋ ਆਪਣੇ ਕੋਲ ਜਿਹੜਾ ਗੌਰਮੈਂਟ ਵਰਡ ਹੈਗਾ, ਅਤੇ ਗੌਰਮੈਂਟ ਦਾ ਜ਼ਰੂਰੀ ਨਹੀਂ ਹੈਗਾ ਤੁਸੀਂ ਇੰਨੇ ਡਿਫੀਕਲਟ ਵਰਡ ਦੇਖੋ ਜਾਂ, ਹੈ ਨਾ, ਮਤਲਬ ਬਹੁਤ ਜ਼ਿਆਦਾ ਵੀ ਤੁਹਾਨੂੰ ਜਦੋਂ ਸਪੈਲਿੰਗ ਹੀ ਮਿਸਟੇਕ ਹੋ ਜਾਵੇ ਜਦੋਂ ਤੁਸੀਂ ਐਸੇ 'ਚ ਲਿਖਣ ਲੱਗੇ ਆ। ਵਕੈਬ ਦਾ ਪਾਰਟ ਇਸ ਤਰੀਕੇ ਨਾਲ ਕਵਰ ਕਰੀਦਾ ਹੁੰਦਾ ਵਾ। ਲਾਈਕ ਹੁਣ ਆਪਣੇ ਕੋਲ ਜੇ 2 ਪਏ ਆ, ਮਤਲਬ ਤੁਹਾਨੂੰ 3 ਪਤਾ ਗੌਰਮੈਂਟ ਦੇ, ਠੀਕ ਆ। ਇੱਕ ਤਾਂ ਤੁਹਾਡੇ ਕੋਲ ਗੌਰਮੈਂਟ ਹੈਗਾ, ਉਹ ਤਾਂ ਤੁਹਾਨੂੰ ਉਹਦੇ ਵਿੱਚ ਵੀ ਆਈ ਜਾਣਾ ਸਟੇਟਮੈਂਟ ਦੇ ਵਿੱਚ, ਇੱਕ ਵਰਡ ਤਾਂ ਸਟੇਟਮੈਂਟ 'ਚ ਹੀ ਮਿਲ ਜਾਂਦਾ, ਹੈ ਨਾ। ਅਤੇ ਇੱਕ ਵਰਡ ਮੰਨ ਲਓ 2 ਵਰਡ ਤੁਹਾਨੂੰ ਉਂਝ ਪਤਾ ਵਾ, ਠੀਕ ਆ। ਜਿੱਦਾਂ ਹੁਣ ਆਪਣੇ ਕੋਲ ਅਥੋਰਿਟੀ ਆ ਅਤੇ ਲਾਅ ਮੇਕਰ ਆ, ਠੀਕ ਆ, 2 ਪਏ। ਜੇ ਮੰਨ ਲਓ ਤੁਸੀਂ ਇੰਟਰੋ ਦੇ ਵਿੱਚ ਗੌਰਮੈਂਟ ਸਟੇਟਮੈਂਟ 'ਚ ਤੁਹਾਨੂੰ ਦਿੱਤਾ ਸੀ, ਤੁਸੀਂ ਅਥੋਰਿਟੀ ਕਰ ਦਿੱਤਾ, BP 1 ਦੇ ਵਿੱਚ ਤੁਸੀਂ ਗੌਰਮੈਂਟ ਕਰ ਦਿਓ, ਉਸ ਤੋਂ ਬਾਅਦ ਲਾਅ ਮੇਕਰ ਕਰ ਦਿਓ। ਇਹ ਨਹੀਂ ਹੁੰਦਾ ਕਿ ਤੁਸੀਂ ਜੇ ਇੱਕ ਵਰਡ ਗੌਰਮੈਂਟ ਤੁਸੀਂ ਲਿਖ ਲਿਆ ਇੱਕ ਥਾਂ 'ਤੇ ਉਹਨੂੰ ਸਾਰੇ ਐਸੇ 'ਚ ਨਹੀਂ ਲਿਖਣਾ। ਇਹਦੇ ਨਾਲ ਰੈਪੀਟੇਸ਼ਨ ਨਹੀਂ ਗਿਣੀ ਜਾਂਦੀ ਹੈਗੀ। ਰੈਪੀਟੇਸ਼ਨ ਦਾ ਮਤਲਬ ਇਹ ਹੁੰਦਾ ਵੀ ਜਿੱਦਾਂ ਹੁਣ ਤੁਸੀਂ ਪਹਿਲੀ ਲਾਈਨ ਲਿਖੀ ਇੰਟਰੋ ਦੇ ਵਿੱਚ, ਉਹ 'ਚ ਤੁਸੀਂ ਗੌਰਮੈਂਟ ਪਾ ਤਾ, ਦੂਜੀ ਲਾਈਨ 'ਚ ਫਿਰ ਤੁਸੀਂ ਗੌਰਮੈਂਟ ਦੀ ਗੱਲ ਕਰ ਰਹੇ ਫਿਰ ਗੌਰਮੈਂਟ ਪਾ ਦਿੱਤਾ, ਤੀਜੀ 'ਚ ਵੀ ਗੌਰਮੈਂਟ ਪਾ ਦਿੱਤਾ, ਉਹ ਰੈਪੀਟੇਸ਼ਨ ਹੁੰਦੀ, ਨਾਲ ਨਹੀਂ ਲਿਖੀਦਾ ਹੁੰਦਾ। ਜੇ ਗੌਰਮੈਂਟ ਇੰਟਰੋ 'ਚ ਪਾਤੀ ਤਾਂ ਉਦੋਂ ਬਾਅਦ ਤੁਸੀਂ ਜਿਹੜਾ ਜੇ ਫਿਰ ਤੁਹਾਨੂੰ ਗੌਰਮੈਂਟ ਦੀ ਲੋੜ ਪੈ ਰਹੀ ਇੰਟਰੋ ਦੇ ਵਿੱਚ, ਤੁਸੀਂ ਅਥੋਰਿਟੀ ਵਰਡ ਚੂਜ਼ ਕਰੋ, ਠੀਕ ਆ। ਤਾਂ ਇਸ ਤਰੀਕੇ ਨਾਲ ਜਿਹੜੀ ਆਪਣੀ ਵਕੈਬ, ਹੁਣ ਇਹ ਚੀਜ਼ਾਂ ਜਿਹੜੀਆਂ ਆਪਣੇ ਕੋਲ ਜ਼ਰੂਰੀ ਆ, ਸਟਰਕਚਰ ਅਤੇ ਆਪਣੇ ਕੋਲ ਕਨੈਕਟਰਸ ਆ ਗਏ ਸੈਕੰਡਲੀ, ਅਤੇ ਥਰਡ ਆਪਣੇ ਕੋਲ ਹੈਗਾ ਗਾ ਕੰਪਲੈਕਸ ਸੈਂਟੈਂਸ, ਪੈਸਿਵ ਵੋਇਸ, ਐਟ ਦਾ ਐਂਡ ਵਕੈਬ, ਠੀਕ ਆ। ਤਾਂ ਇਹ ਜਿਹੜੀਆਂ ਨੀਡਸ ਹੈਗੀਆਂ ਆਪਣੇ ਕੋਲ। ਤਾਂ ਹੁਣ ਤੁਹਾਨੂੰ ਦੱਸਦੀ ਹਾਂ, ਪੈਸਿਵ ਵੋਇਸ ਬਹੁਤ ਜ਼ਿਆਦਾ ਈਜ਼ੀ ਹੈ। ਜੇ ਕਿਸੇ ਸਟੂਡੈਂਟ ਨੂੰ ਕੋਈ ਪ੍ਰੋਬਲਮ ਹੈਗੀ ਤਾਂ ਉਹ ਚੈੱਕ ਕਰ ਸਕਦਾ। ਕੰਪਲੈਕਸ ਸੈਂਟੈਂਸ ਵੀ ਤੁਹਾਨੂੰ ਬਹੁਤ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਵੀ ਕੰਪਲੈਕਸ ਸੈਂਟੈਂਸ ਐਡ ਕਰਨੇ ਮੈਂ ਕਿਵੇਂ ਕਰੂੰ, ਮੈਨੂੰ ਆਉਂਦੇ ਨਹੀਂ, ਬਹੁਤ ਜ਼ਿਆਦਾ ਈਜ਼ੀ ਹੈ। ਮੈਂ ਇਸ ਚੈਨਲ 'ਤੇ ਜਿਹੜੀ ਵੀਡੀਓ ਅਪਲੋਡ ਕੀਤੀ ਵੀ ਜਿਹੜੇ ਰਾਈਟਿੰਗ ਟਾਸਕ 2 ਦੇ ਵਿੱਚ ਆਪਣੇ ਕੋਲ ਹੁੰਦੀਆਂ ਨਾ ਲਾਈਨਸ ਯੂਜ਼ ਹੁੰਦੀਆਂ ਵਾ, ਉਹਨਾਂ ਦੀ ਐਗਜ਼ਾਮਪਲ ਦੇ ਕੇ ਹੀ ਤੁਹਾਨੂੰ ਦੱਸਿਆ ਸਮਝਾਇਆ ਹੋਇਆ ਵੀ ਕਿਹੜਾ ਤੁਸੀਂ ਜਿਹੜਾ ਕਿੱਦਾਂ ਬਣਾ ਸਕਦੇ ਆ ਸੈਂਟੈਂਸ, ਠੀਕ ਆ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ, ਤੁਹਾਨੂੰ ਇਹਦੇ ਵਿੱਚ ਵੀ ਸ਼ੋਅ ਕਰਦੀ ਹਾਂ, ਬੜੇ ਈਜ਼ੀ ਆ। ਤੁਹਾਨੂੰ ਲੱਗੂਗਾ ਵੀ ਪੈਸਿਵ ਵੋਇਸ ਅਤੇ ਆਪਣੇ ਕੋਲ ਕੰਪਲੈਕਸ ਸੈਂਟੈਂਸ ਬਹੁਤ ਈਜ਼ੀ, ਹਰ ਇੱਕ ਸਟੂਡੈਂਟ ਈਜ਼ੀਲੀ ਕਰ ਸਕਦਾ। ਹੁਣ ਆਪਣੇ ਕੋਲ ਦੇਖ ਲੈਂਦੇ ਆਪਣੇ ਕੋਲ ਸਟੇਟਮੈਂਟ ਕੀ ਕਹਿੰਦੀ ਆ। ਸਮ ਪੀਪਲ ਬਲੀਵ ਦੈਟ ਏਮ ਆਫ ਯੂਨੀਵਰਸਿਟੀ ਐਜੂਕੇਸ਼ਨ, ਠੀਕ ਆ। ਕੁਛ ਜਿਹੜੇ ਲੋਕ ਹੈਗੇ ਆ ਉਹ ਬਲੀਵ ਇਹ ਕਰਦੇ ਆ ਕਿ ਯੂਨੀਵਰਸਿਟੀ ਐਜੂਕੇਸ਼ਨ ਦਾ ਏਮ ਕੀ ਆ, ਇਜ਼ ਟੂ ਹੈਲਪ ਗ੍ਰੈਜੂਏਟ ਗੈਟ ਬੈਟਰ ਜੋਬਸ। ਉਹਨਾਂ ਦਾ ਏਮ ਇਹ ਆ ਕਿ ਜਿਹੜੇ ਗ੍ਰੈਜੂਏਟਸ ਆ ਉਹਨਾਂ ਨੂੰ ਇੱਕ ਚੰਗੀ ਜੋਬ ਦਵਾਈ ਜਾਵੇ, ਠੀਕ ਆ। ਤਾਂ ਉਦੋਂ ਬਾਅਦ ਕੀ ਆ, ਇਹ ਆਪਣਾ ਪਹਿਲਾ ਹੋ ਗਿਆ ਬੋਥ ਵਿਊਜ਼, ਹੈ ਨਾ, 2 ਵਿਊਜ਼ ਦੱਸੇ ਹੋਣਗੇ ਲੋਕਾਂ ਦੇ। ਅਦਰ ਬਲੀਵ ਦੇਰ ਆਰ ਮੱਚ ਵਾਈਡਰ ਬੈਨੀਫਿਟਸ, ਤਾਂ ਹੋਰ ਜਿਹੜੇ ਹੈਗੇ ਉਹ ਇਹ ਵੀ ਬਲੀਵ ਕਰਦੇ ਆ ਕਿ ਹੋਰ ਵੀ ਬੈਨੀਫਿਟਸ ਹੈਗੇ ਆ ਯੂਨੀਵਰਸਿਟੀ ਐਜੂਕੇਸ਼ਨ ਦੇ ਫॉर ਬੋਥ ਇੰਡੀਵਿਜੂਅਲ ਐਂਡ ਸੋਸਾਇਟੀ, ਮਤਲਬ ਸੋਸਾਇਟੀ ਲਈ ਵੀ, ਠੀਕ ਆ।
ਹੁਣ ਜਿਹਨੇ ਯੂਨੀਵਰਸਿਟੀ ਐਜੂਕੇਸ਼ਨ ਕੀਤੀ ਆ ਉਹਦੇ ਲਈ ਇੰਡੀਵਿਜੂਅਲੀ ਤਾਂ ਇਹ ਹੋ ਗਿਆ ਨਾ ਕਿ ਉਹਨੂੰ ਜੋਬਸ ਮਿਲ ਰਹੀਆਂ, ਉਹ ਤਾਂ ਉਹਨੇ ਆਪਾਂ ਨੂੰ ਉਂਝ ਹੀ ਦੱਸ ਦਿੱਤਾ, ਠੀਕ ਆ। ਅਤੇ ਉਹ ਕਹਿੰਦੇ ਸੁਸਾਇਟੀ ਲਈ ਵੀ ਇਹ ਬੈਨੀਫਿਟਸ ਹੈਗੇ ਆ, ਦੂਸਰੇ ਸੋਚਦੇ ਆ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ, ਅਤੇ ਤੁਸੀਂ ਦੋਨੋਂ ਵਿਊਜ਼ ਨੂੰ ਡਿਸਕਸ ਕਰਨਾ ਐਂਡ ਤੁਸੀਂ ਐਟ ਦਾ ਐਂਡ ਕੀ ਕਰਨਾ, ਆਪਦਾ ਓਪੀਨੀਅਨ ਵੀ ਦੇਣਾ। ਜਿੱਦਾਂ ਹੁਣ ਤੁਸੀਂ ਜੇ ਪਹਿਲੇ ਵਾਲੇ ਦੇ ਨਾਲ ਆ ਵੀ ਸਿਰਫ ਇਹਦਾ ਇਹੀ ਏਮ ਆ ਜਿਹੜੀ ਗ੍ਰੈਜੂਏਸ਼ਨ ਮਤਲਬ ਯੂਨੀਵਰਸਿਟੀ ਐਜੂਕੇਸ਼ਨ ਉਹ ਸਿਰਫ ਜੋਬਸ ਹੀ ਦਿਵਾਉਂਦੀ ਹੈ, ਠੀਕ ਹੈ। ਜੇ ਤੁਸੀਂ ਇਹਦੇ ਨਾਲ ਆ ਤਾਂ ਤੁਸੀਂ ਐਟ ਦਾ ਐਂਡ ਕਨਕਲੂਜਨ ਦੇ ਵਿੱਚ ਇਹ ਦੱਸ ਦੇਣਾ ਵਾ ਹੈ ਨਾ ਵੀ ਹੋਰ ਕੋਈ ਬੈਨੀਫਿਟਸ ਨਹੀਂ ਮੈਨੂੰ ਲੱਗਦਾ ਹੈ ਨਾ ਇਹਦੇ ਯੂਨੀਵਰਸਿਟੀ ਦੇ, ਬਸ ਇਹੀ ਹੈ ਕਿ ਜੋਬਸ ਵਧੀਆ ਮਿਲ ਜਾਂਦੀਆਂ। ਜੇ ਤੁਸੀਂ ਦੂਸਰੇ ਵਾਲੇ ਪਾਸੇ ਆ ਵੀ ਇੰਡੀਵਿਜੂਅਲ ਬੈਨੀਫਿਟਸ ਮਤਲਬ ਜੋਬਸ ਵੀ ਮਿਲਦੀਆਂ ਵਾ, ਇੰਡੀਵਿਜੂਅਲ ਦਾ ਇੱਥੇ ਮਤਲਬ ਇਹ ਹੈ ਵੀ ਜੋਬਸ ਵੀ ਮਿਲਦੀਆਂ ਵਾ ਅਤੇ ਸੁਸਾਇਟੀ ਨੂੰ ਵੀ ਬੈਨੀਫਿਟਸ ਆ। ਜੇ ਤੁਸੀਂ ਕਹਿ ਰਹੇ ਸੁਸਾਇਟੀ ਨੂੰ ਵੀ ਬੈਨੀਫਿਟਸ ਆ, ਜੇ ਇੱਕ ਪਰਸਨ ਜਾਣੀ ਕਿ ਯੂਨੀਵਰਸਿਟੀ ਐਜੂਕੇਸ਼ਨ ਕਰ ਰਿਹਾ ਉਹਦੇ ਨਾਲ ਦੇ ਲੋਕਾਂ ਨੂੰ ਵੀ ਬੈਨੀਫਿਟ ਹੈਗਾ ਗਾ, ਤਾਂ ਉਸ ਤਰੀਕੇ ਨਾਲ ਤੁਸੀਂ ਲਿਖ ਸਕਦੇ, ਫਿਰ ਦੂਸਰੇ ਵਿਊ ਪੁਆਇੰਟ ਦੇ ਵੱਲ ਹੋਵੋਗੇ ਤੁਸੀਂ। ਹੁਣ ਮੇਨ ਗੱਲ ਕੀ ਹੈਗੀ ਆਪਣੀ ਰੀਫਰੇਜ਼ ਦੀ, ਠੀਕ ਆ। ਤਾਂ ਰੀਫਰੇਜ਼ ਦੱਸਦੀ ਹਾਂ ਤੁਹਾਨੂੰ ਕਿੱਦਾਂ ਕਰਨੀ ਆ। ਹੁਣ ਆਪਣੇ ਕੋਲ ਪਹਿਲਾ ਜਿਹੜਾ ਸੈਂਟੈਂਸ ਹੈਗਾ ਸਟੇਟਮੈਂਟ ਦੇ ਵਿੱਚ ਉਹ ਕੀ ਹੈ, ਸਮ ਪੀਪਲ ਬਲੀਵ ਦੈਟ, ਤਾਂ ਹੁਣ ਇਹਨੂੰ ਤੁਸੀਂ ਪੈਸਿਵ ਦੇ ਵਿੱਚ ਬਣਾਉਣਾ। ਸਮ ਪੀਪਲ ਬਲੀਵ ਦੈਟ ਨੂੰ ਇੰਨਾ ਸਿੰਪਲ ਸੈਂਟੈਂਸ ਉਹਨੂੰ ਪੈਸਿਵ ਦੇ ਵਿੱਚ ਕਨਵਰਟ ਕਰ ਦਿਓ, ਠੀਕ ਆ। ਆਲਮੋਸਟ ਜਿੰਨੇ ਵੀ ਟਾਸਕ 2 ਹੈਗੇ ਆ, ਜ਼ਿਆਦਾਤਰ ਇਹੀ ਮੈਂ ਕਹੂੰਗੀ, ਸਾਰੇ ਨਹੀਂ ਜ਼ਿਆਦਾਤਰ ਇਹ ਹੁੰਦਾ ਵਾ ਕਿ ਸਮ ਪੀਪਲ ਬਲੀਵ ਦੈਟ ਤੋਂ ਸਟਾਰਟ ਹੁੰਦਾ ਵਾ, ਠੀਕ ਆ। ਜੇ ਤੁਹਾਡੇ ਤੋਂ ਇਹ ਹੁੰਦਾ ਤਾਂ ਤੁਸੀਂ ਇਹੀ ਕਾਪੀ ਕਰ ਦਿਓ, ਸੇਮ ਆਹੀ ਲਾਈਨ ਪੈਸਿਵ ਵੌਇਸ ਦੇ ਵਿੱਚ ਇਹ ਦੇਖੋ। ਇਟ ਇਜ਼ ਆਫਨ ਆਰਗੂਡ ਬਾਈ ਸਮ ਇੰਡੀਵਿਜੂਅਲ, ਇਹ ਹੋ ਗਈ ਆਪਣੇ ਕੋਲ। ਉੱਥੇ ਉਹਨਾਂ ਨੇ ਕਿਹਾ ਸਮ ਪੀਪਲ ਬਲੀਵ ਦੈਟ, ਆਪਾਂ ਇੱਥੇ ਕਿਹਾ ਵੀ ਕੁਛ ਲੋਕਾਂ ਦੇ ਦੁਬਾਰਾ ਜਿਹੜਾ ਇਹ ਮੰਨਿਆ ਜਾਂਦਾ ਵਾ, ਠੀਕ ਆ। ਅਤੇ ਇਹ ਆਪਾਂ ਚੇਂਜ ਕਰ ਦਿੱਤੀ, ਪੈਸਿਵ ਵੌਇਸ ਦੇ ਵਿੱਚ ਬਣਾ ਦਿੱਤੀ। ਦੈਟ ਕਾਲਜ ਸਟੱਡੀਜ਼ ਬੈਨੀਫਿਸ਼ੀਅਲ ਫॉर ਯੰਗਸਟਰ ਇਨ ਆਰਡਰ ਟੂ ਗੈਟ ਰੈਪੂਟੇਬਲ ਇੰਪਲੋਇਮੈਂਟ। ਜਿਹੜਾ ਇਨ ਆਰਡਰ ਟੂ ਆਪਾਂ ਲਗਾਇਆ ਨਾ, ਇਹ ਇੱਕ ਆਪਣੇ ਕੋਲ ਕੰਪਲੈਕਸ ਸਟਰਕਚਰ ਆ, ਠੀਕ ਆ। ਕੰਪਲੈਕਸ ਸੈਂਟੈਂਸ ਆ, ਇਹ ਤੁਸੀਂ ਜਿਹੜਾ ਕੀ ਆ ਐਡ ਕਰ ਸਕਦੇ ਆ ਆਪਣੇ ਵਿੱਚ, ਠੀਕ ਆ। ਐਸੇ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੋਊਗੀ ਤੁਹਾਨੂੰ। ਰੈਪੂਟੇਬਲ ਇੰਪਲੋਇਮੈਂਟ, ਤਾਂ ਹੁਣ ਆਪਣੇ ਕੋਲ ਜਿਹੜਾ ਇਨ ਆਰਡਰ ਟੂ ਆਪਾਂ ਕੰਪਲੈਕਸ ਕਰ ਦਿੱਤਾ, ਤਾਂ ਅੱਗੇ ਆਪਾਂ ਕੀ ਆ ਹਾਊ ਐਵਰ ਲਾ ਦਿੱਤਾ। ਇਹ ਆਪਣੇ ਕੋਲ ਕੀ ਹੈਗਾ, ਕਨੈਕਟਰ ਹੈਗਾ ਗਾ। ਜਦੋਂ ਤੁਸੀਂ ਟ੍ਰੈਂਡ ਚੇਂਜ ਕਰ ਰਹੇ ਹੋ, ਲਾਈਕ ਪਹਿਲੇ ਵਿਊ ਦੀ ਗੱਲ ਕਰ ਰਹੇ ਹੋ, ਉਸ ਤੋਂ ਬਾਅਦ ਤੁਸੀਂ ਦੂਸਰੇ ਵਿਊ ਦੀ ਗੱਲ ਕਰ ਰਹੇ ਹੋ, ਹੋਰ ਉਹ ਹਾਊ ਐਵਰ ਆ ਗਿਆ, ਠੀਕ ਆ। ਅਦਰ ਹੈਵ ਕਨਫਲਿਕਟਿੰਗ ਵਿਊਜ਼, ਅਤੇ ਹੋਰਾਂ ਕੋਲੇ ਕੀ ਹੈ ਕਨਫਲਿਕਟਿੰਗ, ਜਾਣੀ ਕਿ ਆਪੋਜ਼ਿਟ ਵਿਊ ਹੈਗੇ ਆ, ਠੀਕ ਆ। ਐਂਡ ਓਪਾਈਨ ਦੈਟ, ਉਹ ਕੀ ਮੰਨਦੇ ਕੀ ਹੈਗੇ ਆ, ਹਾਇਰ ਸਟੱਡੀ ਹੈਵ ਇਨੋਰਮਸ ਐਡਵਾਂਟੇਜਸ, ਤਾਂ ਉੱਥੇ ਆਪਣੇ ਕੋਲ ਕੀ ਆ ਬੈਨੀਫਿਟਸ, ਵਾਈਡਰ ਬੈਨੀਫਿਟਸ ਕਹਿ ਰਹੇ, ਤਾਂ ਇਨੋਰਮਸ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ, ਠੀਕ ਆ। ਅਤੇ ਐਡਵਾਂਟੇਜਸ ਤਾਂ ਤੁਹਾਨੂੰ ਪਤਾ ਹੀ ਹੈ, ਠੀਕ ਆ। ਫॉर ਵਨ ਸੈਲਫ, ਉੱਥੇ ਇੰਡੀਵਿਜੂਅਲ ਸੀਗਾ, ਫॉर ਵਨ ਸੈਲਫ ਕਹਿ ਰਹੇ ਤਾਂ ਐਜ਼ ਵੈਲ ਐਜ਼ ਸਟੇਟ, ਸੁਸਾਇਟੀ ਦੀ ਆਪਾਂ ਜਗ੍ਹਾ 'ਤੇ ਕਰ ਦਿੱਤਾ ਸਟੇਟ, ਠੀਕ ਆ। ਤਾਂ ਆਈ ਵਿਲ ਡਿਸਕਸ ਦਾ ਬੋਥ ਵਿਊਜ਼, ਇਹ ਹੋ ਗਈ ਆਪਣੀ ਥੀਸਿਸ ਲਾਈਨ, ਠੀਕ ਆ। ਆਈ ਵਿਲ ਡਿਸਕਸ ਦਾ ਬੋਥ ਵਿਊਜ਼ ਅਲੋਂਗ ਵਿਦ ਮਾਈ ਪਰਸਪੈਕਟਿਵ, ਓਪੀਨੀਅਨ ਨੂੰ ਕੀ ਕਰ ਦਿੱਤਾ, ਪਰਸਪੈਕਟਿਵ ਦੇ ਵਿੱਚ ਚੇਂਜ ਕਰ ਦਿੱਤਾ, ਠੀਕ ਆ। ਤਾਂ ਹੁਣ ਦੇਖ ਲਈਏ ਆਪਾਂ ਮਾੜਾ ਜਿਹਾ, ਇੱਕ ਤਾਂ ਆਪਾਂ ਇਹਦੇ ਵਿੱਚ ਪੈਸਿਵ ਪਾ ਦਿੱਤਾ, ਠੀਕ ਆ, ਪੈਸਿਵ ਪਾ ਦਿੱਤਾ। ਸੈਕਿੰਡ ਦੇ ਵਿੱਚ ਆਪਾਂ ਕੀ ਪਾ ਦਿੱਤਾ, ਕੰਪਲੈਕਸ ਪਾ ਦਿੱਤਾ। ਅਤੇ ਇੱਕ ਆਪਾਂ ਇਹਦੇ ਵਿੱਚ ਕਰੈਕਟਰ ਵੀ ਯੂਜ਼ ਕਰ ਦਿੱਤਾ, ਹਾਊ ਐਵਰ ਕਰ ਦਿੱਤਾ, ਹੈ ਨਾ। ਤਾਂ ਵਕੈਬ ਦਾ ਪਾਰਟ ਤਾਂ ਤੁਸੀਂ ਦੇਖੋ ਆਪਾਂ ਕਿੰਨੀ ਚੰਗੀ ਤਰ੍ਹਾਂ ਕਲੀਅਰ ਕੀਤਾ ਹੈਗਾ। ਜਿੱਥੇ ਆਪਣੇ ਕੋਲ ਪੀਪਲ ਸੀਗਾ, ਦੇਖੋ ਸਮ ਪੀਪਲ ਸੀਗਾ, ਉੱਥੇ ਆਪਾਂ ਸਮ ਇੰਡੀਵਿਜੂਅਲ ਕਰ ਦਿੱਤਾ, ਹੈ ਨਾ। ਅਤੇ ਆਪਣੇ ਕੋਲ ਬਲੀਵ ਸੀ, ਆਰਗੂਡ ਕਰ ਦਿੱਤਾ। ਜਦੋਂ ਦੂਸਰੇ ਵਿਊ ਪੁਆਇੰਟ ਮੌਕੇ ਵੀ ਉਹਨਾਂ ਨੇ ਬਲੀਵ ਕਿਹਾ ਸੀ, ਅਦਰ ਬਲੀਵ, ਹੈ ਨਾ, ਤਾਂ ਉੱਥੇ ਆਪਾਂ ਕੀ ਕਰ ਦਿੱਤਾ ਸੀਗਾ ਕਿ ਅਦਰ ਜਿਹੜੇ ਓਪਾਈਨ ਕੀ ਕਰਦੇ ਆ, ਹੈ ਨਾ, ਤਾਂ ਓਪਾਈਨ ਲਾ ਦਿੱਤਾ ਸੀਗਾ। ਅਤੇ ਓਪੀਨੀਅਨ ਸੀਗਾ ਆਪਣੇ ਕੋਲ ਆਪਾਂ ਪਰਸਪੈਕਟਿਵ ਕਰ ਦਿੱਤਾ। ਤਾਂ ਹੋਰ ਵੀ ਆਪਣੀ ਜਿਹੜੀ ਯੂਨੀਵਰਸਿਟੀ ਐਜੂਕੇਸ਼ਨ ਸੀ ਉਹਦੇ ਲਈ ਕਾਲਜ ਸਟੱਡੀ ਕਰ ਦਿੱਤਾ। ਤਾਂ ਗ੍ਰੈਜੂਏਟ ਸੀਗੇ ਉਹਦੇ ਲਈ ਯੰਗਸਟਰ ਕਰ ਦਿੱਤਾ। ਤਾਂ ਜਿੱਥੇ ਆਪਾਂ ਉਹਨਾਂ ਨੇ ਕਿਹਾ ਸੀ ਜੋਬਸ, ਬੈਟਰ ਜੋਬਸ, ਤਾਂ ਉੱਥੇ ਆਪਾਂ ਕੀ ਕਰ ਦਿੱਤਾ, ਰੈਪੂਟੇਬਲ ਇੰਪਲੋਇਮੈਂਟ ਕਰ ਦਿੱਤਾ, ਠੀਕ ਹੈ। ਇੰਪਲੋਇਮੈਂਟ, ਰੁਜ਼ਗਾਰ, ਜੋਬ। ਤਾਂ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਕਵਰ ਕਰ ਦਿੱਤੀਆਂ। ਇਸ ਤਰੀਕੇ ਨਾਲ ਜਿਹੜਾ ਆਪਣੀ 7 ਬੈਂਡ ਵਾਲੇ ਟਾਸਕ ਦੀ ਜਿਹੜੀ ਆਪਣੇ ਕੋਲ ਇੰਟਰੋ ਬਣਦੀ ਹੈ, ਠੀਕ ਆ। ਤਾਂ ਹੁਣ ਆਪਾਂ ਗੱਲ ਕਰੀਏ BP1 ਦੀ। BP1 ਦੇ ਵਿੱਚ ਤੁਸੀਂ ਇਹੀ ਦੱਸਣਾ ਹੈਗਾ ਵੀ ਹਾਂਜੀ ਵੀ ਜੋਬਸ ਮਿਲਦੀਆਂ, ਲੋਕ ਇਹ ਸੋਚਦੇ ਆ, ਕਿਉਂ ਸੋਚਦੇ ਉਹ ਦੱਸਣਾ ਆਪਾਂ, ਠੀਕ ਆ। ਹੁਣ ਆਪਾਂ ਦੱਸਦੇ ਹਾਂ ਟੂ ਬਿਗਨ ਵਿਦ, ਪਹਿਲਾਂ ਜਿਹੜਾ ਕਨੈਕਟਰ ਯੂਜ਼ ਕਰ ਲਿਆ ਟੂ ਬਿਗਨ ਵਿਦ। ਜਦੋਂ ਵੀ ਤੁਸੀਂ BP1 ਕਿਹੜੇ ਵੀ ਟਾਸਕ ਕੋਈ ਵੀ ਟਾਈਪ ਆ ਤੁਸੀਂ ਮਤਲਬ ਕਿ ਸਟਾਰਟ ਕਰਨ ਲੱਗੇ ਹੋ, ਉੱਥੇ ਤੁਸੀਂ ਲਾ ਸਕਦੇ ਹੋ ਟੂ ਬਿਗਨ ਵਿਦ, ਇਹ ਕਨੈਕਟਰ ਆ, ਠੀਕ ਆ। ਇਟ ਇਜ਼ ਟਰੂ ਦੈਟ ਪੀਪਲ ਕੰਟੀਨਿਊ ਸਟੱਡਿੰਗ ਇਨ ਯੂਨੀਵਰਸਿਟੀ ਫॉर ਗੈਟਿੰਗ ਗੁੱਡ ਜੋਬਸ, ਇਹ ਟਰੂ ਆ, ਇਹ ਇੱਕ ਸੱਚ ਆ ਕਿ ਲੋਕੀ ਜਿਹੜੇ ਹੈਗੇ ਆ ਸਟੱਡੀ ਕਰਦੇ ਹੈਗੇ ਯੂਨੀਵਰਸਿਟੀ ਦੇ ਵਿੱਚ ਇੱਕ ਚੰਗੀ ਜੋਬ ਲੈਣ ਦੇ ਲਈ, ਠੀਕ ਆ। ਇਹ ਹੋ ਗਈ ਆਪਣੀ ਬੇਸਿਕ ਲਾਈਨ, ਠੀਕ ਆ। BLC ਨਾ ਉੱਤੇ ਬੇਸਿਕ ਲਾਈਨ ਦੱਸਣੀ ਸੀ ਆਪਾਂ। ਉਸ ਤੋਂ ਬਾਅਦ ਕੀ ਸੀਗਾ ਆਪਣਾ ਟਾਸਕ ਸਟੇਟਮੈਂਟ ਸੀ। ਤੁਸੀਂ ਇੱਥੇ ਜਿਹੜੀ ਵੀਡੀਓ ਪਾਊਜ਼ ਕਰਕੇ ਫਿਰ ਸਟਰਕਚਰ ਦੇਖ ਸਕਦੇ ਆ ਜਿਹੜਾ ਤੁਹਾਨੂੰ ਦੱਸਿਆ ਸੀ ਪਹਿਲਾਂ ਵੀਡੀਓ ਸਟਾਰਟਿੰਗ ਦੇ ਵਿੱਚ। ਤਾਂ ਉਦੋਂ ਬਾਅਦ ਕੀ ਆ, ਮੋਸਟ ਆਫ ਕੰਪਨੀਜ਼ ਰੈਕੋਮੈਂਡ ਦਾ ਇੰਪਲੋਇਜ਼ ਵਿਦ ਮਿਨੀਮਮ ਰਿਕੁਆਇਰਮੈਂਟ ਆਫ ਗ੍ਰੈਜੂਏਸ਼ਨ। ਹੁਣ ਟਾਸਕ ਸਟੇਟਮੈਂਟ ਦਿੱਤੀ ਆ, ਮੇਨ ਆਈਡੀਆ ਕੀ ਦਿੱਤਾ, ਕਾਹਤੋਂ ਜਿਹੜੇ ਲੋਕੀ ਇਹ ਸੋਚਦੇ ਆ ਕਿ ਜੋਬ ਦਿੰਦੀ ਹੈ ਯੂਨੀਵਰਸਿਟੀ, ਬਹੁਤ ਸਾਰੀਆਂ, ਕਿਉਂਕਿ ਜਿਹੜੀਆਂ ਕੰਪਨੀਆਂ ਉਹ ਉੱਦਾਂ ਦੇ ਇੰਪਲੋਇਜ਼ ਨੂੰ ਹੀ ਜਿਹੜਾ ਮਤਲਬ ਕਿ ਹਾਇਰ ਕਰਦੀਆਂ ਹੈਗੀਆਂ ਜਿਨ੍ਹਾਂ ਕੋਲ ਮਿਨੀਮਮ ਰਿਕੁਆਇਰਮੈਂਟ ਗ੍ਰੈਜੂਏਸ਼ਨ ਦੀ ਹੋਵੇ, ਲਾਈਕ ਬਹੁਤ ਮਤਲਬ ਮਿਨੀਮਮ ਰਿਕੁਆਇਰਮੈਂਟ ਵੀ ਗ੍ਰੈਜੂਏਸ਼ਨ ਤਾਂ ਹੋਣੀ ਹੀ ਚਾਹੀਦੀ ਹੈ, ਠੀਕ ਆ।
ਤਾਂ ਉਦੋਂ ਬਾਅਦ ਹੁਣ ਆਪਾਂ ਕਰਨੀ ਹੈਗੀ ਆ ਐਲੈਬੋਰੇਸ਼ਨ, ਠੀਕ ਆ। ਟਾਸਕ ਸਟੇਟਮੈਂਟ ਤੋਂ ਬਾਅਦ ਆਪਾਂ ਐਲੈਬੋਰੇਸ਼ਨ ਕਰਨੀ ਹੈ। ਐਲੈਬੋਰੇਸ਼ਨ ਲਈ ਇੱਕ ਆਪਾਂ ਨੂੰ ਕਨੈਕਟਰ ਚਾਹੀਦਾ, ਤਾਂ ਕਨੈਕਟਰ ਆਪਾਂ ਕੀ ਕਰ ਦਿੱਤਾ, ਟੂ ਐਕਸਪਲੇਨ ਇਟ, ਕੌਮਾ, ਠੀਕ ਆ। ਡਿਸਪਾਈਟ ਹੈਵਿੰਗ ਵਰਕ ਐਕਸਪੀਰੀਅੰਸ, ਠੀਕ ਹੈ। ਡਿਸਪਾਈਟ ਹੈਵਿੰਗ ਇੱਕ ਕੰਪਲੈਕਸ ਸਟਰਕਚਰ ਆ, ਕੰਪਲੈਕਸ ਸੈਂਟੈਂਸ ਆਪਣੇ ਕੋਲ ਹੈਗਾ, ਉਹ ਹੁੰਦਾ ਵਾ ਡਿਸਪਾਈਟ ਹੈਵਿੰਗ ਇਸ, ਇਹ ਚੀਜ਼ ਹੋਣ ਦੇ ਬਾਵਜੂਦ ਵੀ, ਠੀਕ ਆ। ਤਾਂ ਇਹਦਾ ਪੰਜਾਬੀ 'ਚ ਮਤਲਬ ਹੁੰਦਾ ਇਹ ਚੀਜ਼ ਹੋਣ ਦੇ ਬਾਵਜੂਦ ਵੀ। ਡਿਸਪਾਈਟ ਹੈਵਿੰਗ ਵਰਕ ਐਕਸਪੀਰੀਅੰਸ ਹੋਣ ਦੇ ਬਾਵਜੂਦ ਵੀ ਹਾਇਰ ਐਜੂਕੇਸ਼ਨ ਇਜ਼ ਇਕੁਅਲ ਇੰਪੋਰਟੈਂਟ ਟੂ ਗੈਟ ਜੋਬਸ ਲੈਣ ਲਈ ਜਿਹੜੀ ਹਾਇਰ ਐਜੂਕੇਸ਼ਨ ਆ, ਲਾਈਕ ਕਾਲਜ ਐਜੂਕੇਸ਼ਨ ਆ, ਯੂਨੀਵਰਸਿਟੀ ਐਜੂਕੇਸ਼ਨ ਆ, ਉਹ ਓਨੀ ਹੀ ਇੰਪੋਰਟੈਂਟ ਹੈਗੀ ਆ, ਠੀਕ ਆ। ਤਾਂ ਦੇਖੋ ਆਪਾਂ ਜਿਹੜਾ ਕੰਪਲੈਕਸ ਸੈਂਟੈਂਸ ਐਡ ਕਰਦੇ ਜਾ ਰਹੇ ਹਾਂ ਨਾਲ, ਅਤੇ ਆਪਾਂ ਜਿੱਥੇ ਹੁਣ ਆਪਣੇ ਕੋਲ ਜਗ੍ਹਾ 'ਤੇ ਸੀਗਾ ਯੂਨੀਵਰਸਿਟੀ ਐਜੂਕੇਸ਼ਨ, ਉੱਥੇ ਆਪਾਂ ਹਾਇਰ ਐਜੂਕੇਸ਼ਨ ਕਰ ਦਿੱਤਾ, ਠੀਕ ਆ। ਤਾਂ ਇਸ ਤਰੀਕੇ ਨਾਲ ਤੁਸੀਂ ਥੋੜ੍ਹਾ ਵਕੈਬ ਦਾ ਪਾਰਟ ਜਿਹੜਾ ਕਵਰ ਕਰੀ ਜਾਣਾ ਵਾ। ਤਾਂ ਉਦੋਂ ਬਾਅਦ ਕੀ, ਜਿੱਦਾਂ ਹੁਣ ਆਪਾਂ ਲੈਬੋਰੇਸ਼ਨ ਕਰ ਦਿੱਤੀ, ਹੁਣ ਆਪਣੇ ਕੋਲ ਕੀ ਆ ਗਿਆ, ਐਗਜ਼ਾਮਪਲ ਆ ਗਈ। ਤਾਂ ਐਗਜ਼ਾਮਪਲ ਦੇ ਵਿੱਚ ਆਪਾਂ ਕੀ ਕਰਨਾ ਹੈਗਾ, ਅ ਸਰਵੇ ਵਾਜ਼ ਕੰਡਕਟਡ ਬਾਏ ਬਿਜ਼ਨਸ ਡਿਪਾਰਟਮੈਂਟ ਆਫ ਇੰਡੀਆ। ਤਾਂ ਇੱਥੋਂ ਤੱਕ ਆਪਣੇ ਕੋਲ ਕੀ ਬਣ ਗਿਆ, ਪੈਸਿਵ ਬਣ ਗਿਆ, ਠੀਕ ਆ। ਪਾਸਟ ਦੇ ਵਿੱਚ ਆਪਣੇ ਕੋਲ ਪੈਸਿਵ ਬਣ ਗਿਆ, ਅ ਸਰਵੇ ਵਾਜ਼ ਕੰਡਕਟਡ ਬਾਏ, ਇਹ ਪੱਕੀ ਲਾਈਨ ਕਰ ਲਓ। ਐਗਜ਼ਾਮਪਲ ਤਾਂ ਹਰ ਵੇਲੇ ਪਾਉਣੀ ਹੈ, ਹਰ ਇੱਕ ਟਾਸਕ ਕੋਈ ਵੀ ਟਾਈਪ ਆ ਜਾਏ ਉਹ 'ਚ ਪਾਉਣੀ ਆ। ਇਹ ਵਾਲਾ ਬਣਾ ਲਓ ਕਿ ਜਿਹੜੀ ਐਗਜ਼ਾਮਪਲ ਉਹ ਮੈਂ ਹਮੇਸ਼ਾ ਪੈਸਿਵ ਦੇ ਵਿੱਚ ਹੀ ਪਾਉਣੀ ਹੈ, ਠੀਕ ਆ। ਇਹ ਪੱਕੀ ਹੈਬਿਟ ਕਰ ਲਓ। ਤਾਂ ਇਹ ਆਪਣੇ ਕੋਲ ਇੱਕ ਹੋ ਗਿਆ, ਅ ਸਰਵੇ ਵਾਜ਼ ਕੰਡਕਟਡ ਬਾਈ ਬਿਜ਼ਨਸ ਡਿਪਾਰਟਮੈਂਟ ਆਫ ਇੰਡੀਆ ਫਾਊਂਡ ਦੈਟ, ਕੀ ਫਾਊਂਡ ਕੀਤਾ ਕਿ 80% ਕੰਪਨੀਜ਼ ਹਾਇਰ ਦੂਜ਼ ਵਰਕਰਸ ਹੂ ਹੈਵ ਹਾਈ ਡਿਗਰੀ ਅਲੋਂਗ ਵਿਦ ਵਰਕ ਐਕਸਪੀਰੀਅੰਸ, ਕਿ ਜਿਹੜੀਆਂ 80% ਜਿਹੜੀਆਂ ਉਹ ਹੈਗੀਆਂ ਕੰਪਨੀਜ਼ ਹੈਗੀਆਂ, ਉਹ ਕੀ ਕਰਦੀਆਂ, ਉਹਨਾਂ ਨੂੰ ਇੰਪਲੋਇਜ਼ ਨੂੰ ਹਾਇਰ ਕਰਦੀਆਂ ਹੈਗੀਆਂ। ਇੱਥੇ ਆਪਾਂ ਵਰਕਰਸ ਕਰ ਦਿੱਤਾ, ਪਹਿਲਾਂ ਆਪਾਂ ਜਦੋਂ ਮਤਲਬ ਕਿ ਐਕਸਪਲੇਨ ਕੀਤਾ ਸੀ ਉੱਥੇ ਆਪਾਂ ਹਾਇਰ ਕੀਤਾ ਸੀ ਨਾ, ਇੰਪਲੋਇਜ਼ ਲਾਇਆ ਸੀਗਾ, ਤਾਂ ਹੁਣ ਆਪਾਂ ਇੱਥੇ ਵਰਕਰ ਕਰ ਦਿੱਤਾ, ਠੀਕ ਆ। ਅਤੇ ਥੋੜ੍ਹਾ ਵਕੈਬ ਦਾ ਪਾਰਟ ਆਪਾਂ ਵਿੱਚ ਐਡ ਕਰੀ ਜਾਂਦੇ ਹਾਂ। ਹੂ ਹੈਵ ਹਾਇਰ ਡਿਗਰੀ, ਠੀਕ ਆ, ਜਿਨ੍ਹਾਂ ਕੋਲ ਹਾਇਰ ਡਿਗਰੀ ਆ, ਅਲੋਂਗ ਵਿਦ ਵਰਕ ਐਕਸਪੀਰੀਅੰਸ ਦੇ ਨਾਲ ਕੀ ਹੈਗਾ, ਇੱਕ ਵਧੀਆ ਡਿਗਰੀ ਹੈਗੀ ਆ, ਠੀਕ ਆ। ਤਾਂ ਹੁਣ ਆਪਣੇ ਕੋਲ ਐਗਜ਼ਾਮਪਲ ਵੀ ਹੋ ਗਈ, ਟਾਸਕ ਸਟੇਟਮੈਂਟ ਵੀ ਹੋ ਗਈ, ਬੇਸਿਕ ਲਾਈਨ ਵੀ ਹੋ ਗਈ, ਐਟ ਦਾ ਐਂਡ ਕੀ ਰਹਿ ਗਿਆ, ਰਿਜ਼ਲਟ ਰਹਿ ਗਿਆ। ਅਤੇ ਰਿਜ਼ਲਟ ਲਈ ਵੀ ਹੁਣ ਆਪਾਂ ਨੂੰ ਜਿਹੜਾ ਕਨੈਕਟਰ ਯੂਜ਼ ਕਰਨਾ ਪਊਗਾ, ਅਤੇ ਆਪਾਂ ਕੀ ਕਰਦੇ ਹੈਗੇ ਆ, ਐਜ਼ ਆ ਰਿਜ਼ਲਟ, ਠੀਕ ਆ। ਤਾਂ ਜਦੋਂ ਆਪਾਂ ਐਜ਼ ਆ ਰਿਜ਼ਲਟ ਕਰ ਦਿੱਤਾ, ਯੂਨੀਵਰਸਿਟੀ ਐਜੂਕੇਸ਼ਨ ਹੈਜ਼ ਪ੍ਰੂਵਡ ਬੈਨੀਫਿਸ਼ੀਅਲ ਫॉर ਗੈਟਿੰਗ ਗੁੱਡ ਪੋਜੀਸ਼ਨ ਇਨ ਆਲਮੋਸਟ ਐਵਰੀ ਵਰਕ ਫੀਲਡ। ਤਾਂ ਹੁਣ ਆਪਾਂ ਨੂੰ ਉਹਨੇ ਕੀ ਕਿਹਾ, ਤਾਂ ਰਿਜ਼ਲਟ ਕੀ ਕੱਢ ਦਿੱਤਾ, ਆਪਾਂ ਜਿਹੜੀ ਯੂਨੀਵਰਸਿਟੀ ਐਜੂਕੇਸ਼ਨ ਉਹ ਪ੍ਰੂਵ ਹੋ ਚੁੱਕੀ ਆ, ਠੀਕ ਹੈ, ਹੈਜ਼ ਲਾ ਦਿੱਤਾ। ਪ੍ਰੂਵਡ ਬੈਨੀਫਿਸ਼ੀਅਲ ਮਤਲਬ ਕਿ ਇਹ ਪ੍ਰੂਵ ਹੋ ਚੁੱਕਿਆ ਕਿ ਜਿਹੜੀ ਯੂਨੀਵਰਸਿਟੀ ਐਜੂਕੇਸ਼ਨ ਉਹ ਬੈਨੀਫਿਸ਼ੀਅਲ ਇੱਕ ਚੰਗੀ ਪੋਜੀਸ਼ਨ ਲੈਣ ਲਈ ਆਲਮੋਸਟ ਐਵਰੀ ਵਰਕ ਫੀਲਡ, ਕੋਈ ਵੀ ਵਰਕ ਫੀਲਡ ਲੈ ਲਓ, ਉਹਦੇ ਲਈ ਇੱਕ ਪੜ੍ਹਾਈ ਜਿਹੜੀ ਜ਼ਰੂਰੀ ਹੈ। ਇਹ ਹੋ ਗਿਆ ਆਪਣਾ BP1। ਹੁਣ ਆਪਾਂ ਗੱਲ ਕਰਨੀ ਜਿਹੜਾ ਅਦਰ ਪੁਆਇੰਟ ਸੁਸਾਇਟੀ ਨੂੰ ਵੀ ਜਿਹੜਾ ਹੈਗਾ, ਠੀਕ ਆ, ਉਹ ਬੈਨੀਫਿਟਸ। ਤਾਂ ਹੁਣ ਆਪਾਂ ਜਿਹੜਾ ਇੱਕ ਬੇਸਿਕ ਲਾਈਨ ਲਾਵਾਂਗੇ। ਬੇਸਿਕ ਲਾਈਨ ਕੀ ਹੈ ਆਪਣੀ, ਸ਼ਿਫਟਿੰਗ ਟੂਵਰਡਸ ਦਾ ਅਨਦਰ ਵਿਊ ਪੁਆਇੰਟ ਆਫ ਪੀਪਲ। ਤਾਂ ਤੁਸੀਂ ਸਟਾਰਟਿੰਗ ਦੇ ਵਿੱਚ ਇੱਕ ਕਨੈਕਟਰ ਵੀ ਯੂਜ਼ ਕਰ ਸਕਦੇ ਹਾਂ, ਹਾਊਐਵਰ, ਠੀਕ ਆ, ਹਾਊਐਵਰ ਕਰ ਸਕਦੇ ਹਾਂ, ਜਾਂ ਵੇਅਰ ਐਜ਼ ਕਰ ਸਕਦੇ ਹਾਂ। ਕੋਈ ਵੀ ਕਨੈਕਟਰ ਤੁਸੀਂ ਜਿਹੜਾ ਆਪਾਂ ਟਰੈਂਡ ਚੇਂਜ ਹੋਣ ਮੌਕੇ ਲਾਉਂਦੇ ਉਹ ਤੁਸੀਂ ਲਾ ਸਕਦੇ ਹੋ। ਉਹ ਜਿੱਦਾਂ ਹੁਣ ਹਾਊਐਵਰ ਸ਼ਿਫਟਿੰਗ ਟੂਵਰਡਸ ਦਾ ਅਨਦਰ ਵਿਊ ਪੁਆਇੰਟਸ ਆਫ ਪੀਪਲ, ਤੇ ਇਹ ਆਪਣੀ ਹੋ ਗਈ ਬੇਸਿਕ ਲਾਈਨ, ਠੀਕ ਹੈ। ਸ਼ਿਫਟਿੰਗ ਟੂਵਰਡਸ ਅਨਦਰ ਵਿਊਜ਼ ਪੁਆਇੰਟ ਆਫ ਪੀਪਲ। ਤਾਂ ਅੱਗੇ ਆਪਣੇ ਕੋਲ ਜਿਹੜੀ ਮੇਨ ਲਾਈਨ ਦੱਸਣੀ ਹੁੰਦੀ ਆ, ਉਹ ਆਪਾਂ ਦੱਸਦੇ ਹੈਗੇ ਟਾਸਕ ਸਟੇਟਮੈਂਟ ਜਿਹਨੂੰ ਕਹਿੰਦੇ ਆ। ਦੇ ਕੈਨ ਗੈਟ ਮੋਰ ਨੌਲੇਜ, ਠੀਕ ਆ, ਜ਼ਿਆਦਾ ਨੌਲੇਜ, ਦੇ ਕਾਊਂਟ ਸਟੂਡੈਂਟਸ, ਠੀਕ ਆ, ਨੌਲੇਜ ਫਰੋਮ ਦਾ ਯੂਨੀਵਰਸਿਟੀ ਐਜ਼ ਕੰਪੇਅਰ ਟੂ ਆਊਟਸਾਈਡ ਆਫ ਦਾ ਯੂਨੀਵਰਸਿਟੀ। ਉਹ ਜ਼ਿਆਦਾ ਨੌਲੇਜ ਲੈ ਸਕਦੇ ਆ ਯੂਨੀਵਰਸਿਟੀ ਦੇ ਵਿੱਚੋਂ ਐਜ਼ ਕੰਪੇਅਰ ਟੂ ਆਊਟਸਾਈਡ, ਯੂਨੀਵਰਸਿਟੀ ਦੇ ਬਾਹਰ ਰਹਿ ਕੇ, ਠੀਕ ਆ। ਤਾਂ ਹੁਣ ਉਹਨੂੰ ਆਪਾਂ ਲੈਬੋਰੇਟ ਕਰਾਂਗੇ ਵੀ ਕਿੱਦਾਂ ਇਹ ਮਤਲਬ ਕਿ ਜਿਹੜਾ ਆਪਾਂ ਸੁਸਾਇਟੀ ਨਾਲ ਵੀ ਕਨੈਕਟ ਕਰਨਾ ਨਾ, ਵੀ ਸੁਸਾਇਟੀ ਲਈ ਇਹ ਬੈਨੀਫਿਸ਼ੀਅਲ, ਉਹ ਅੱਗੇ ਆਪਾਂ ਐਕਸਪਲੇਨ ਕਰਾਂਗੇ ਨਾ ਜਦੋਂ ਦੱਸਾਂਗੇ। ਤਾਂ ਹੁਣ ਆਪਣੇ ਕੋਲ ਕੀ ਹੈਗਾ, ਜਿਹੜਾ ਐਜ਼ ਕੰਪੇਅਰ ਟੂ ਆ, ਇਹ ਵੀ ਆਪਣੇ ਕੋਲ ਜਿਹੜੀ ਇੱਕ ਕੰਪਲੈਕਸ ਟਾਈਪਸ ਹੈਗੀ ਆ ਸੈਂਟੈਂਸ ਦੀ, ਠੀਕ ਆ। ਤਾਂ ਐਜ਼ ਕੰਪੇਅਰ ਟੂ ਉਦੋਂ ਲਿਖਦੇ ਹਾਂ ਜਦੋਂ ਦੋ ਚੀਜ਼ਾਂ ਦਾ ਕੰਪੈਰੀਜ਼ਨ ਕਰਨਾ ਹੋਵੇ। ਹੁਣ ਆਊਟਸਾਈਡ ਯੂਨੀਵਰਸਿਟੀ ਦੀ ਗੱਲ ਹੋ ਰਹੀ ਹੈ ਨਾ, ਯੂਨੀਵਰਸਿਟੀ ਦੀ ਗੱਲ ਹੋ ਰਹੀ ਹੈ ਅੰਦਰਲੀ ਸਾਈਡ, ਠੀਕ ਆ। ਤਾਂ ਉਹ ਆਪਣਾ ਜਿਹੜਾ ਐਜ਼ ਕੰਪੇਅਰ ਟੂ ਆਪਾਂ ਵਰਡ ਯੂਜ਼ ਕੀਤਾ। ਤਾਂ ਅੱਗੇ ਆਪਣੇ ਕੋਲ ਜਿਹੜਾ ਕਨੈਕਟਰ ਆ, ਹੁਣ ਜਿਹੜਾ BP ਮਤਲਬ ਤੁਸੀਂ 1 ਦੇ ਵਿੱਚ ਕਨੈਕਟਰ ਲਾਏ, ਉਹ ਤੁਸੀਂ BP2 'ਚ ਨਹੀਂ ਲਾਉਣੇਗੇ। ਆਪਾਂ ਜਿਹੜਾ ਐਕਸਪਲੇਨ ਇਟ ਲਾਇਆ ਸੀਗਾ ਨਾ ਜਦੋਂ ਐਲੈਬੋਰੇਟ ਕੀਤਾ ਸੀਗਾ, ਤਾਂ ਹੁਣ ਆਪਾਂ ਇੱਥੇ ਕੀ ਲਾ ਦਿੱਤਾ, ਟੂ ਐਲੈਬੋਰੇਟ ਇਟ। ਤਾਂ ਕਨੈਕਟਰ ਚੇਂਜ ਹੋ ਗਿਆ। ਅੱਗੇ ਆਪਾਂ ਕੀ ਕਰਨੇ, ਕਾਲਜ ਐਜੂਕੇਸ਼ਨ ਨਾਟ ਓਨਲੀ ਪ੍ਰੋਵਾਈਡ ਗੁੱਡ ਐਜੂਕੇਸ਼ਨ ਬਟ ਆਲਸੋ ਹੈਲਪ ਟੂ ਡਿਵੈਲਪ ਵੇਰੀਅਸ ਕਾਈਂਡਸ ਆਫ ਸਕਿੱਲ ਵਿਚ ਆਰ ਬੈਨੀਫਿਸ਼ੀਅਲ ਫॉर ਸੁਸਾਇਟੀ ਸੱਚ ਐਜ਼ ਟੀਮ ਵਰਕ। ਤਾਂ ਐਲੈਬੋਰੇਸ਼ਨ ਕਰ ਦਿੱਤੀ, ਕੀ ਦੱਸਿਆ ਕਿ ਜਿਹੜੀ ਕਾਲਜ ਐਜੂਕੇਸ਼ਨ ਹੈ, ਯੂਨੀਵਰਸਿਟੀ ਐਜੂਕੇਸ਼ਨ ਨੂੰ ਕਾਲਜ ਦੇ ਵਿੱਚ ਚੇਂਜ ਕਰ ਦਿੱਤਾ, ਠੀਕ ਆ। ਨਾਟ ਓਨਲੀ ਜਿਹੜੀ ਆਪਣੇ ਕੋਲ ਆ ਹੁੰਦਾ ਨਾ, ਨਾਟ ਓਨਲੀ, ਠੀਕ ਆ,
ਤੇ ਬਟ ਆਲਸੋ ਇਹ ਕੀ ਆਪਣੇ ਕੋਲੇ ਜਿਹੜੀ ਇੱਕ ਸੈਂਟੈਂਸ ਟਾਈਪ ਹੈਗੀ ਆ, ਠੀਕ ਆ, ਤੁਸੀਂ ਇਹਨੂੰ ਐਡ ਕਰੋ, ਵੇਰੀਏਸ਼ਨ ਆਉਂਦੀ ਹੈ ਇਹਦੇ ਨਾਲ, ਠੀਕ ਆ, ਵੀ ਜਿੱਥੇ ਆਪਾਂ ਕਹਿਣਾ ਹੋਵੇ ਇਹ ਇਕੱਲੀ ਆਹੀ ਚੀਜ਼ ਨਹੀਂ ਪ੍ਰੋਵਾਈਡ ਕਰਾਉਂਦੀ, ਇਸ ਦੇ ਨਾਲ ਆਹ ਵੀ ਚੀਜ਼ ਪ੍ਰੋਵਾਈਡ ਹੁੰਦੀ ਹੈ, ਠੀਕ ਆ, ਤਾਂ ਉਦੋਂ ਆਪਾਂ ਕਰ ਦਿੰਦੇ ਹਾਂ ਬਟ ਆਲਸੋ, ਨੋਟ ਓਨਲੀ ਬਟ ਆਲਸੋ, ਠੀਕ ਆ। ਤਾਂ ਕਾਲਜ ਐਜੂਕੇਸ਼ਨ ਨੋਟ ਓਨਲੀ ਪ੍ਰੋਵਾਈਡ ਗੁੱਡ ਜਿਹੜੀ ਕਾਲਜ ਐਜੂਕੇਸ਼ਨ ਉਹ ਕੱਲੀ ਐਜੂਕੇਸ਼ਨ ਹੀ ਨਹੀਂ ਪ੍ਰੋਵਾਈਡ ਕਰਵਾਉਂਦੀ ਚੰਗੀ, ਬਟ ਆਲਸੋ ਹੈਲਪ ਟੂ ਵੇਰੀਅਸ ਕਾਈਂਡਸ ਆਫ ਸਕਿੱਲ, ਬਟ ਉੱਦਾਂ ਵੀ ਹੈਲਪ ਕਰਦੀ ਆ ਕਿ ਉਹ ਹੋਰ ਤਰ੍ਹਾਂ ਦੀਆਂ ਸਕਿੱਲਸ ਵੀ ਬੱਚੇ ਦੇ ਵਿੱਚ ਕੀ ਹੈ ਡਿਵੈਲਪ ਕਰ ਸਕਣ, ਜਿਹੜੀਆਂ ਕਿ ਸੁਸਾਇਟੀ ਲਈ ਬੈਨੀਫਿਸ਼ੀਅਲ, ਲਾਈਕ ਟੀਮ ਵਰਕ। ਦੇਖੋ ਟੀਮ ਵਰਕ ਇੱਕ ਸੁਸਾਇਟੀ ਲਈ ਬੈਨੀਫਿਸ਼ੀਅਲ, ਆਪਾਂ ਇੱਕ ਉਹਦੀ ਐਗਜ਼ਾਮਪਲ ਦੇ ਦਿੱਤੀ, ਠੀਕ ਹੈ, ਟੀਮ ਵਰਕ ਦੀ, ਕਿ ਜਿੱਦਾਂ ਹੁਣ ਟੀਮ ਵਰਕ ਕਰਨਾ ਸਿੱਖਣਗੇ ਉਹ ਕਿਉਂਕਿ ਸੁਸਾਇਟੀ ਦੇ ਨਾਲ ਕਨੈਕਟ ਰਹਿਣਗੇ ਇਸ ਤਰੀਕੇ ਨਾਲ ਜਿਹੜਾ ਸੁਸਾਇਟੀ ਲਈ ਬੈਨੀਫਿਸ਼ੀਅਲ ਆ, ਤਾਂ ਉਹ ਆਪਾਂ ਦੱਸ ਦਿੱਤਾ। ਹੁਣ ਆਪਾਂ ਨੂੰ ਕਿਹੜਾ ਐਗਜ਼ਾਮਪਲ ਪਾਉਣੀ ਪਊਗੀ, ਐਗਜ਼ਾਮਪਲ ਇਹ ਆਪਾਂ ਪਹਿਲਾਂ BP1 ਦੇ ਵਿੱਚ ਲਾਇਆ ਸੀਗਾ ਫੋਰ ਐਗਜ਼ਾਮਪਲ, ਤਾਂ ਇੱਥੇ ਆਪਾਂ ਕੀ ਲਾ ਦਿੱਤਾ ਫੋਰ ਇੰਸਟਾਂਸ, ਕਨੈਕਟਰ ਚੇਂਜ ਕਰਤਾ। According to a recent study found that students learn a lot of skills during their study instead of only study। ਤਾਂ instead of ਦਾ ਮਤਲਬ ਕੀ ਹੁੰਦਾ ਵਾ ਆਪਣੇ ਕੋਲੇ, ਇਹ ਵੀ ਇੱਕ ਕੰਪਲੈਕਸ ਸੈਂਟੈਂਸ ਆ, ਇਹ ਉੱਥੇ ਯੂਜ਼ ਕਰਦੇ ਹਾਂ ਆਪਾਂ ਜਿੱਥੇ ਆਪਾਂ ਕਹਵੇ ਬਜਾਏ ਇਸ ਚੀਜ਼ ਦੇ, ਇਹ ਵੀ ਚੀਜ਼ ਹੁੰਦੀ ਆ ਬਜਾਏ ਇਸ ਚੀਜ਼ ਦੇ, ਪੰਜਾਬੀ ਦੇ ਵਿੱਚ ਆਪਾਂ ਇਹ ਕਹਿ ਦਿੰਦੇ ਹਾਂ। ਹੁਣ ਆਪਾਂ ਇੱਥੇ ਐਗਜ਼ਾਮਪਲ ਦਿੱਤੀ ਹੈ ਕਿ ਇੱਕ ਰੀਸੈਂਟ ਸਟੱਡੀ ਨੇ ਇਹ ਫਾਊਂਡ ਕੀਤਾ ਕਿ ਜਿਹੜੀ ਸਟੂਡੈਂਟ ਆ ਉਹ ਬਹੁਤ ਸਾਰੀਆਂ ਸਕਿੱਲਸ ਸਿੱਖਦੇ ਆ ਦੀ ਸਟੱਡੀ ਦੇ ਦੌਰਾਨ, ਡੂਰਿੰਗ ਮਤਲਬ ਹੁੰਦਾ ਦੌਰਾਨ, ਠੀਕ ਹੈ, ਡੂਰਿੰਗ ਦੇਅਰ ਸਟੱਡੀ ਇੰਸਟੈਡ ਆਫ ਓਨਲੀ ਸਟੱਡੀ, ਠੀਕ ਹੈ, ਤਾਂ ਮਤਲਬ ਕਿ ਜਿਹੜੇ ਆਪਣੇ ਸਟੱਡੀ ਦੇ ਦੌਰਾਨ ਉਹ ਬਹੁਤ ਕੁਛ ਸਿੱਖਦੇ ਹੈਗੇ ਆ, ਠੀਕ ਆ, ਓਨਲੀ ਸਟੱਡੀ, ਓਨਲੀ ਐਜੂਕੇਸ਼ਨ ਚੰਗੀ, ਠੀਕ ਆ, ਇੰਸਟੈਡ ਆਫ ਓਨਲੀ ਸਟੱਡੀ, ਐਜੂਕੇਸ਼ਨ ਲਾ ਦਿਓ ਤੁਸੀਂ ਇੱਥੇ, ਤਾਂ ਓਨਲੀ ਐਜੂਕੇਸ਼ਨ, ਸਟੱਡੀ ਦੀ ਜਗ੍ਹਾ 'ਤੇ ਤੁਸੀਂ ਓਨਲੀ ਐਜੂਕੇਸ਼ਨ ਕਰ ਲਓ, ਠੀਕ ਹੈ, ਸੇਮ ਹੋ ਗਿਆ ਨਾ ਸਟੱਡੀ ਐਂਡ, ਤਾਂ ਇੱਥੇ ਐਜੂਕੇਸ਼ਨ ਕਰ ਲਓ ਤੁਸੀਂ, ਡੂਰਿੰਗ ਦੇਅਰ ਸਟੱਡੀ ਇੰਸਟੈਡ ਆਫ, ਬਜਾਏ ਕਿ ਕੱਲੀ ਜਿਹੜੀ ਐਜੂਕੇਸ਼ਨ ਦੇ ਉਹ ਹੋਰ ਵੀ ਬਹੁਤ ਸਾਰੀਆਂ ਸਕਿੱਲਸ ਸਿੱਖਦੇ ਆ ਜਿਹੜੀਆਂ ਕਿ ਸੁਸਾਇਟੀ ਦੇ ਲਈ ਕੀ ਹੈਗੀਆਂ ਬੈਨੀਫਿਸ਼ੀਅਲ ਆ, ਉਹ ਕਿਹੜੀ ਆ ਟੀਮ ਵਰਕ, ਐਗਜ਼ਾਮਪਲ ਵੀ ਦੇ ਦਿੱਤੀ, ਠੀਕ ਆ, ਆਪਾਂ ਐਗਜ਼ਾਮਪਲ 'ਚ ਵੀ ਦੱਸਤਾ ਕਿ ਇਹ ਰੀਸੈਂਟ ਸਟੱਡੀ ਨੇ ਵੀ ਫਾਊਂਡ ਕੀਤਾ। ਹੁਣ ਆਪਾਂ ਕੀ ਕਰਨਾ ਹੈਗਾ ਰਿਜ਼ਲਟ ਦੇਣਾ, ਰਿਜ਼ਲਟ 'ਚ ਕੀ ਦੱਸਣਾ, ਹੈਂਸ ਯੂਨੀਵਰਸਿਟੀ ਸਟੱਡੀ ਆਫਰ ਨਿਊਮਰਸ ਚਾਂਸ ਟੂ ਲਰਨ ਇਨ ਆਰਡਰ ਟੂ hence university study offer numerous chance to learners, ਠੀਕ ਆ, ਤਾਂ ਸਟੂਡੈਂਟਸ ਦੀ ਜਗ੍ਹਾ 'ਤੇ ਆਪਾਂ ਲਰਨਰਸ ਕਰਦਾ ਕਿਉਂਕਿ ਆਪਾਂ ਸਟੂਡੈਂਟ ਪਹਿਲਾਂ ਦੇ ਦਿੱਤਾ ਨਾ ਉਹਦੇ ਐਗਜ਼ਾਮਪਲ ਦੇ ਵਿੱਚ, ਤਾਂ ਹੁਣ ਆਪਾਂ ਇੱਥੇ ਲਰਨਰਸ ਕਰ ਦਿੱਤਾ, ਸਟੂਡੈਂਟ ਲਰਨਰ ਵੀ ਕਹਿ ਦਿੱਤਾ ਜਾਂਦਾ, ਠੀਕ ਆ, ਤਾਂ ਆਪਾਂ ਕੀ ਦਿੱਤਾ ਰਿਜ਼ਲਟ ਦੇ ਵਿੱਚ ਕਿ ਯੂਨੀਵਰਸਿਟੀ ਸਟੱਡੀ ਆਫਰ ਨਿਊਮਰਸ, ਬਹੁਤ ਜ਼ਿਆਦਾ ਜਿਹੜੇ ਚਾਂਸ ਟੂ ਲਰਨਰਸ ਨੂੰ ਆਫਰ ਕਰਦੀ ਆ, ਇਨ ਆਰਡਰ ਟੂ ਆਪਣੇ ਕੋਲ ਕੰਪਲੈਕਸ ਹੈਗਾ ਸੈਂਟੈਂਸ ਟਾਈਪ, ਠੀਕ ਆ, ਲਰਨ ਸਮਥਿੰਗ ਨਿਊ, ਕੁਛ ਨਵਾਂ ਸਿੱਖਣ ਲਈ, ਇਹ ਆਪਾਂ ਰਿਜ਼ਲਟ ਕਰ ਦਿੱਤਾ, ਠੀਕ ਆ। ਹੁਣ ਆਪਣੇ ਕੋਲੇ ਜਿਹੜਾ ਕਨਕਲੂਜਨ ਆ ਗਿਆ, ਕਨਕਲੂਜਨ ਦੇ ਵਿੱਚ ਕੀ ਆਪਾਂ ਜਿਹੜਾ ਲਾ ਦਿੱਤਾ ਸੈਂਟੈਂਸ ਆਲਦੋ ਵਾਲਾ, ਠੀਕ ਆ, ਆਲਦੋ ਯੈਟ ਜਿਹੜਾ ਕੀ ਹੈ ਇੱਕ ਕੰਪਲੈਕਸ ਸੈਂਟੈਂਸ ਹੈਗਾ ਗਾ, ਠੀਕ ਆ, ਇਹ ਹੁੰਦਾ ਭਾਵੇਂ, ਠੀਕ ਆ, ਪੰਜਾਬੀ ਵਿੱਚ ਭਾਵੇਂ ਇਹ ਆ ਫਿਰ ਵੀ ਇਹ ਆ, ਠੀਕ ਆ। ਟੂ ਕਨਕਲੂਡ ਇਟ, ਆਲਦੋ ਅ ਮੇਨ, ਜਿਹੜਾ ਟੂ ਕਨਕਲੂਡ ਇਟ ਹੈਗਾ ਗਾ ਉਹ ਆਪਣੇ ਕੋਲ ਇੱਕ ਕਨੈਕਟਰ ਆ, ਉਸ ਤੋਂ ਬਾਅਦ ਕੌਮਾ ਯੂਜ਼ ਕੀਤਾ ਵਾ। ਆਲਦੋ ਅ ਮੇਨ ਏਮ ਆਫ ਯੂਨੀਵਰਸਿਟੀਜ਼ ਟੂ ਗੈਟ ਅ ਬੈਟਰ ਜੋਬ, ਭਾਵੇਂ ਕਿ ਜਿਹੜਾ ਮੇਨ ਏਮ ਇਹੀ ਆ ਉਹਨਾਂ ਯੂਨੀਵਰਸਿਟੀ ਦਾ ਕਿ ਇੱਕ ਬੈਟਰ ਜੋਬ ਦਿਵਾਉਣਾ, ਕਿਉਂਕਿ ਆਪਾਂ ਇਸ ਵਿਊ ਪੁਆਇੰਟ ਨੂੰ ਵੀ ਐਕਸਪਲੇਨ ਕੀਤਾ ਨਾ, ਤਾਂ ਉਦੋਂ ਬਾਅਦ ਕੀ ਆ ਆਈ ਬਲੀਵ ਦੈਟ ਯੈਟ, ਠੀਕ ਹੈ, ਜਾਂ ਤੁਸੀਂ ਇੱਥੇ ਯੈਟ ਲਾ ਸਕਦੇ ਜਾਂ ਕੌਮਾ ਲਾ ਸਕਦੇ, ਬਟ ਨਹੀਂ ਲਾਉਣਾ ਆਲਦੋ ਦੇ ਨਾਲ, ਠੀਕ ਆ। I believe that university is beneficial for society as it's teach various skills to improve society condition। society ਜਿਹੜੀ ਕੰਡੀਸ਼ਨ ਇੰਪਰੂਵ ਕਰਨ ਲਈ ਬਹੁਤ ਸਾਰੀਆਂ ਸਕਿੱਲਸ ਸਿਖਾਉਂਦੀ ਹੈ, ਸਕਿੱਲਸ ਦੀ ਆਪਾਂ ਆਲਰੇਡੀ ਐਗਜ਼ਾਮਪਲ ਦਿੱਤੀ ਹੋਈ ਹੈ, ਠੀਕ ਆ, ਟੀਮ ਵਰਕ। ਤਾਂ ਇਹ ਹੋ ਗਿਆ ਆਪਾਂ ਨਾ ਕਨਕਲੂਜਨ, ਆਲਦੋ ਤੇ ਆਪਾਂ ਜਿਹੜਾ ਯੈਟ ਦੇ ਨਾਲ ਕਨਕਲੂਜਨ ਨੂੰ ਐਂਡ ਕਰ ਦਿੱਤਾ। ਤਾਂ ਇਸ ਤਰੀਕੇ ਨਾਲ ਜਿਹੜਾ ਆਪਾਂ 7+ ਆਪਣੇ ਟਾਸਕ ਨੂੰ ਲਿਆ ਸਕਦੇ ਹਾਂ, ਕੰਪਲੈਕਸ ਸੈਂਟੈਂਸ ਐਡ ਕਰੋ, ਪੈਸਿਵ ਵੌਇਸ ਕਰੋ, ਵੈਕੈਬ ਕਰੋ, ਕਨੈਕਟਰਸ ਐਡ ਕਰੋ, ਠੀਕ ਆ, ਤੇ ਹਰ ਇੱਕ ਚੀਜ਼ ਦੀ ਜਿਹੜੀ ਤੁਹਾਨੂੰ ਵੀਡੀਓ ਇਸ ਚੈਨਲ 'ਤੇ ਮਿਲ ਜੇਗੀ, ਤਾਂ ਤੁਸੀਂ ਉਸ ਤਰੀਕੇ ਨਾਲ ਸਿੱਖ ਸਕਦੇ ਆ, ਠੀਕ ਆ। ਪੰਜ ਕੁ ਤੁਸੀਂ ਆਪਣੇ ਕੋਲ ਜਿਹੜੇ ਆਹ ਸਿੱਖ ਲਓ, ਠੀਕ ਆ, ਕੰਪਲੈਕਸ ਸੈਂਟੈਂਸ, ਅਤੇ ਤੁਸੀਂ ਪੈਸਿਵ ਵੌਇਸ ਇੱਕ ਪਾਸਟ ਵਿੱਚ ਸਿੱਖ ਲਓ, ਇੱਕ ਪ੍ਰੈਜੈਂਟ ਵਿੱਚ ਸਿੱਖ ਲਓ, ਤਾਂ ਇਹ ਤੁਹਾਡੇ ਦੋਨੋਂ ਚੀਜ਼ਾਂ ਕਵਰ ਹੋ ਜਾਣੀਆਂ। ਕਨੈਕਟਰਸ ਤੁਸੀਂ 10 ਕਨੈਕਟਰ ਸਿੱਖ ਲਓ, ਠੀਕ ਆ, ਤਾਂ 10 ਕਨੈਕਟਰ ਇਨਫ ਆ ਤੁਹਾਡੇ ਹਰ ਇੱਕ ਟਾਸਕ ਦੇ ਲਈ, ਠੀਕ ਹੈ, ਕੋਈ ਵੀ ਟਾਈਪ ਆ ਜਾਵੇ 10 ਕਨੈਕਟਰ ਈਜ਼ੀਲੀ, ਜਿੱਦਾਂ ਹੁਣ ਟੂ ਬਿਗਨ ਵਿਦ, ਟੂ ਕਮੈਂਸ ਵਿਦ, ਠੀਕ ਆ, ਫਰਦਰ ਮੋਰ, ਮੋਰ ਓਵਰ, ਹਾਊ ਐਵਰ, ਵਾਈਲ, ਵੇਅਰ ਐਜ਼, ਇੱਦਾਂ ਦੇ ਤੁਸੀਂ ਕਨੈਕਟਰ ਜਿਹੜੇ 10 ਪੂਰੇ ਕਰਕੇ ਸਿੱਖ ਲਓ, ਠੀਕ ਆ। ਅਤੇ 10 ਕਨੈਕਟਰ ਹੋ ਗਏ ਆਪਣੇ ਪੈਸਿਵ ਵੌਇਸ ਜਿਹੜੀ ਤੁਸੀਂ ਪਾਸਟ ਅਤੇ ਪ੍ਰੈਜੈਂਟ ਦੀ ਸਿੱਖ ਲਓ, ਕੰਪਲੈਕਸ ਸੈਂਟੈਂਸ 5-6 ਸਿੱਖ ਲਓ, ਤਾਂ ਇਹ ਤੁਹਾਡਾ ਕਵਰ ਹੋ ਜਾਊਗਾ। ਅਤੇ ਵਕੈਬ ਦੇ ਪਾਰਟ ਜੇ ਤੁਹਾਨੂੰ ਨਹੀਂ ਵੀ ਇੰਨੀ ਜ਼ਿਆਦਾ ਡਿਫੀਕਲਟ ਵਕੈਬ ਨਹੀਂ, ਤੁਸੀਂ ਈਜ਼ੀ ਵੀ ਕਰ ਸਕਦੇ ਹੈਗੇ ਆ, ਠੀਕ ਆ। ਤਾਂ ਜਿੰਨੇ ਕੁ ਵਰਡਸ ਆਉਂਦੇ ਕੋਸ਼ਿਸ਼ ਕਰੋ ਕਿ ਤੁਸੀਂ ਐਡ ਕਰ ਸਕੋ, ਜੇ ਨਹੀਂ ਵੀ ਆਉਂਦੇ ਤਾਂ ਠੀਕ ਆ। ਤਾਂ ਆਈ ਹੋਪ ਜਿਹੜੀ ਆ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ। ਥੈਂਕਸ ਫॉर ਵਾਚਿੰਗ।